ਸਰਕਾਰਾਂ ਜਿਹੜੀਆਂ ਹੈਗੀਆਂ ਸੁੱਤੀਆਂ ਹੋਈਆਂ, ਸਰਕਾਰਾਂ ਸੁੱਤੀਆਂ ਹੀ ਹੁੰਦੀਆਂ। ਪਿਛਲੀ ਵਾਰੀ ਇਹ ਵਿਰੋਧੀ ਧਿਰ ਸੀ 5 ਸਾਲ, ਉਦੋਂ ਕਿਹੜਾ ਦੱਸਦਾ ਨਹੀਂ ਸੀ ਇਹਨੂੰ। ਹੁਣ ਸਰਕਾਰ ਇਹਨਾਂ ਦੀ ਹੁਣ ਦੇਖ ਲੈਣ। ਇੱਕ ਚੰਗਾ ਹੋਇਆ ਕਿ ਪੰਜਾਬ ਦੇ ਭਾਗਾਂ ਨੂੰ ਜਿਹੜਾ ਹੈਗਾ ਅਕਾਲੀ ਕਾਂਗਰਸੀ ਇੱਕ ਵਾਰੀ ਖੁੱਡੇ ਲੱਗੇ ਹੈ, ਤੇ ਇਹਨਾਂ ਨੂੰ ਮੌਕਾ ਮਿਲਿਆ। ਤੇ ਜਿਹੜਾ ਜਿਸ ਤਰ੍ਹਾਂ ਦਾ ਵਿਹਾਰ ਇਹ ਕਰ ਰਹੇ ਸਟੇਟ ਦੇ ਨਾਲ, ਤੇ ਗਾਂ ਲੋਕਾਂ ਦੇ ਭੁਲੇਖੇ ਉਹ ਵੀ ਦੂਰ ਹੋ ਜਾਣਗੇ। ਕੰਪਨੀ ਦੇ ਹੱਕ ਦੇ ਵਿੱਚ ਗੱਲ ਕਰਦੇ ਆ, ਸਰਕਾਰ ਦੇ ਹੱਕ 'ਚ ਗੱਲ ਕਰਦੇ। ਉਹ ਕਹਿੰਦੇ ਰੁਜ਼ਗਾਰ ਕੀ ਦੇਣਾ, ਪੰਜਾਬੀ ਤਾਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ। ਉੱਥੋਂ ਤਾਂ ਬਿਹਾਰ ਤੋਂ ਜਿਹੜੇ ਮਜ਼ਦੂਰ ਆਉਂਦੇ ਆ ਜੀ, ਯੂਪੀ ਤੋਂ ਮਜ਼ਦੂਰ ਆਉਂਦੇ ਆ, ਉੱਥੋਂ ਤਾਂ ਬੰਦੇ ਬਾਹਰੋਂ ਬੁਲਾਉਂਦੇ, ਜਿਹੜੇ ਆਪਣੇ ਘਰਾਂ ਦੇ ਵਿੱਚ ਕੰਮ ਨਹੀਂ ਕਰਦੇ, ਉਹਨਾਂ ਫੈਕਟਰੀਆਂ 'ਚ ਸਵਾਹ ਕੰਮ ਕਰਨਾ। ਇਸੇ ਕਰਕੇ ਤਾਂ ਬਾਹਰੋਂ ਬੰਦੇ ਬੁਲਾਉਣੇ ਪੈਂਦੇ ਫੈਕਟਰੀਆਂ ਨੂੰ। ਜਿਹੜੀਆਂ ਸਾਰੀਆਂ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿੰਦੇ ਕਿ ਪੋਟਿਆਂ ਦੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਮੈਨੂੰ ਤਾਂ ਸਾਰੀਆਂ ਮੁਸ਼ਕਲਾਂ ਯਾਦ ਆ, ਤੇ ਹੱਲ ਵੀ ਦੇਖਿਓ ਕਿੱਦਾਂ ਹੁੰਦੀਆਂ। ਇਹ ਤਾਂ ਧਰਨੇ ਸਾਰੇ ਵਿਰੋਧੀ ਪਾਰਟੀਆਂ ਦੇ। ਇਹ ਸਮਾਂ ਨਿਕਲ ਚੁੱਕਿਆ। ਲੋਕਾਂ ਨੇ 3 ਮਹੀਨਿਆਂ ਬਾਅਦ ਦੱਸਤਾ ਸੀ ਸੰਗਰੂਰ ਦੇ ਇਲੈਕਸ਼ਨ 'ਚ ਵੀ ਅਸੀਂ ਮਤਲਬ ਮਾਫ ਨਹੀਂ ਕਰਾਂਗੇ ਤੁਹਾਨੂੰ। ਫਿਰ ਬਾਈ ਇਲੈਕਸ਼ਨ ਆ ਗਈ ਜਲੰਧਰ ਵਾਲੀ, ਉਹਦੇ 'ਚ ਵੀ ਇਹਨਾਂ ਨੂੰ ਵੇਖਿਆ ਜੂਤ ਪੈਂਦਾ। ਨੀਵਾਂ ਕਿਰਦਾਰ ਹੁੰਦਾ ਹੈ। ਐਮਐਲਏ ਬਣ ਕੇ ਕਿਸੇ ਨੂੰ ਲਫੇੜੇ ਮਾਰਦੇ, ਧਮਕੀਆਂ ਦੇਣ ਕੇ ਬੰਦਾ ਨੀਵਾਂ ਹੁੰਦਾ। ਤੇ ਭਗਵੰਤ ਮਾਨ ਸੀਐਮ ਕਿੱਥੋਂ ਹੈਗਾ? ਤੁਸੀਂ ਕਹਿੰਦੇ ਹੋਗੇ ਨਾ ਤਾਂ ਸਾਹਿਬ ਹੈ ਨਾ ਇਹ ਸੀਐਮ ਹੈ। ਇੱਥੇ ਕੇਜਰੀਵਾਲ ਦਾ ਰਾਜ ਚੱਲਦਾ, ਠੀਕ ਹੈ, ਦਿੱਲੀੋਂ ਚੱਲਦਾ ਹੈ। ਤੇ ਚਾਬੀ ਵਾਲਾ ਖਿਡੌਣਾ ਹੈ, ਜਿੰਨੀ ਭਰ ਦਿੰਦੇ ਉਨੀ ਤਾੜੀ ਮਾਰ ਦਿੰਦਾ। ਕੀ ਕਹਿੰਦੇ ਵੀ ਜੇ ਨੌਕਰੀ ਤੁਹਾਡੀ ਚੰਗੀ ਚੱਲਦੀ ਰਹਿੰਦੀ ਤਾਂ ਠੀਕ ਆ, ਹੁਣ ਚੁੰਡੀ ਵੱਡੀ ਗਈ ਤਾਂ ਹੁਣ ਤੁਸੀਂ ਤੜਫਦੇ ਨਜ਼ਰ ਆ ਰਹੇ। 32 ਸਾਲ ਮੈਂ ਨੌਕਰੀ ਕੀਤੀ ਹੈ ਕਾਕਾ, ਤੂੰ ਤਾਂ ਮੰਤਰੀ ਹੈ ਸਟੇਟ ਦਾ। ਇਹਨਾਂ ਦੀ ਕੀ ਗੱਲਾਂ ਕਰਨੀ ਹੈ? ਠੀਕ ਹੈ, ਇਹ ਬਹੁਤ ਜਿਹੜੇ ਨਾਮ ਬੜੇ ਦਰਸ਼ਨ ਛੋਟੇ ਆ, ਜੋ ਮਰਜੀ ਬਕਵਾਸ ਕਰਦੇ ਫਿਰ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਕਈ ਮੁੱਦੇ ਚਿਰਾਂ ਤੋਂ ਹੀ ਉਲਝੇ ਹੋਏ ਨੇ, ਤੇ ਇਹਨਾਂ ਮੁੱਦਿਆਂ ਦੇ ਪਿੱਛੇ ਲੋਕ ਆਪਸ ਵਿੱਚ ਬੜੇ ਉਲਝੇ ਹੋਏ ਆ। ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਸਾਡਾ ਤਾਂ ਇਹਨਾਂ ਮੁੱਦਿਆਂ ਦੇ ਨਾਲ ਕੋਈ ਮਸਲਾ ਹੀ ਹੈ ਨਹੀਂ, ਇਹ ਮੁੱਦੇ ਵਿਰੋਧੀਆਂ ਵੱਲੋਂ ਉਲਝਾਏ ਜਾਂਦੇ। ਇੱਕ ਪਾਸੇ ਸਰਕਾਰ ਖੜੀ ਹੁੰਦੀ ਹੈ ਤਾਂ ਦੂਜੇ ਪਾਸੇ ਵਿਰੋਧ 'ਚ ਲੋਕ ਖੜੇ ਹੁੰਦੇ ਨੇ। ਕੁਝ ਸ਼ਖਸ ਅਜਿਹੇ ਨੇ ਜਿਹੜੇ ਸਮਾਜ ਦੇ ਵਿੱਚ ਅੱਗੇ ਹੋ ਕੇ ਸਰਕਾਰਾਂ ਦੇ ਵਿਰੋਧ ਦੇ ਵਿੱਚ ਆਉਂਦੇ ਆ, ਤਾਂ ਉਹਨਾਂ ਦੇ ਵਿੱਚੋਂ ਸਾਡੇ ਨਾਲ ਬਲਵਿੰਦਰ ਸਿੰਘ ਸੇਖੋਂ ਡੀਐਸਪੀ ਰਹਿ ਚੁੱਕੇ ਨੇ, ਉਹ ਸਾਡੇ ਨਾਲ ਮੌਜੂਦ ਆ। ਤੇ ਧਰਨਾ ਲੱਗਿਆ ਹੋਇਆ ਹੈ ਨੂਹੋਂ ਦੇ ਇੱਕ ਫੈਕਟਰੀ ਦੇ ਬਾਹਰ। ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ। ਧੰਨਵਾਦ ਜੀ ਬਹੁਤ ਬਹੁਤ। ਕਿਹੜੇ ਮੁੱਦੇ ਨੂੰ ਲੈ ਕੇ ਜੀ ਤੁਸੀਂ ਅੱਜ ਇੱਥੇ ਆਏ ਹੋ? ਇਹਨੇ ਰਜਿੰਦਰ ਸਿੰਘ ਹੈਗੇ ਆ, ਇਹਨਾਂ ਦੇ ਮੇਰੇ ਖਿਆਲ ਮੈਨੂੰ ਟੈਲੀਫੋਨ ਤੇ ਕਾਫੀ ਦਿਨ ਤੋਂ ਗੱਲ ਹੋ ਰਹੀ ਸੀ ਇਹਨਾਂ ਦੇ, ਤੇ ਅੱਜ ਇਹਨਾਂ ਨੇ ਕਿਹਾ ਸੀ ਵੀ ਸਾਡਾ ਇਸ ਤਰ੍ਹਾਂ ਦਾ ਪ੍ਰੋਬਲਮ ਹੈ ਜਿਹੜੀ ਪੋਲਿਊਸ਼ਨ ਦੀ ਹੈਗੀ ਹੈ। ਤੇ ਉਹ ਜਿਹਦੇ ਵੀ ਤੁਹਾਨੂੰ ਪਤਾ ਹੈ ਜਿਹੜਾ ਦਿੱਕਤ ਚੱਲ ਰਹੀ ਸੀ, ਉੱਥੇ ਵੀ ਲੋਕਾਂ ਦੀ ਦਿੱਕਤ ਸੀ ਬਹੁਤ ਵੱਡੀ। ਉਦੋਂ ਡਿਫਰੈਂਟ ਪਾਣੀ ਦੀ ਪ੍ਰੋਬਲਮ ਹੈ, ਇੱਥੇ ਹਵਾ ਦੀ ਪ੍ਰੋਬਲਮ ਹੈ। ਜਦੋਂ ਸੁਣੀ ਇੱਥੇ ਆ ਕੇ ਗੱਲ, ਤਾਂ ਜਿਹੜੀ ਕੋਈ ਐਸ਼ ਹੈਗੀ ਹੈ ਜਿਹੜੀ ਇਹਦੀ ਥਰਮਲ ਪਲਾਂਟ ਦੀ, ਉਹਦੀ ਡਿਸਪੋਜ਼ਲ ਵਾਸਤੇ ਜਿਹੜੀ ਇਹਨਾਂ ਨੇ ਆਹ ਫੈਕਟਰੀ ਲਾਈ ਹੋਈ ਹੈ ਅਡਾਨੀ ਗਰੁੱਪ ਦੀ ਕੋਈ, ਉਹਦੇ ਨਾਲ ਇਹਨਾਂ ਦੀ ਦਿੱਕਤ ਹੈਗੀ। ਉਹ ਜਿਹੜਾ ਜਦੋਂ ਵੀ ਉਹਨੂੰ ਆਪਰੇਟ ਕਰਦੇ ਆ, ਉਹਦੇ ਨਾਲ ਜਿਹੜਾ ਹੈ ਏਰੀਆ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸੁਆਹ ਦੇ ਰੂਪ ਵਿੱਚ, ਜਾਂ ਕੋਈ ਹੋਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਲੋਕ ਫੇਸ ਕਰ ਰਹੇ ਆ। ਫਿਰ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਹੈਗੀ ਹੈ, ਉਹਦੇ 'ਚ ਵੀ ਇਹਨਾਂ ਦੀ ਮੰਗ ਇਹ ਹੈਗੀ ਹੈ ਕਿ ਜੇ ਇਸ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਪੰਜਾਬ ਦੇ ਵਿੱਚ ਹੈਗੀ ਤਾਂ ਹਿਮਾਚਲ ਦੀਆਂ ਗੱਡੀਆਂ ਕਿਉਂ ਯੂਜ਼ ਕੀਤੀਆਂ ਜਾਂਦੀਆਂ? ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਕਿਉਂ ਨਹੀਂ? ਸਰਕਾਰ ਜੇ ਕਹਿੰਦੀ ਹੈ ਵੀ ਸਰਕਾਰ ਦਾ ਕੋਈ ਚੱਲੇਗਾ ਦੇਗਾ ਨਹੀਂ ਹੈਗਾ, ਤਾਂ ਸਰਕਾਰ ਇਹ ਤਾਂ ਦੇਖ ਸਕਦੀ ਹੈ ਵੀ ਇੱਥੇ ਰੁਜ਼ਗਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲਾਂ ਦੇਣਾ ਚਾਹੀਦਾ ਕਿ ਨਹੀਂ। ਜੇ ਅਸੀਂ ਜ਼ਮੀਨ ਆਪਣੀ ਦਿੱਤੀ ਹੈ ਖਰਾਬ ਕਰਨ ਵਾਸਤੇ, ਲੋਕਾਂ ਦੇ ਸਾਹ ਬੰਦ ਕੀਤੇ ਜਾ ਰਹੇ ਆ, ਉਦੋਂ ਤਾਂ ਅਸੀਂ ਮਤਲਬ ਫੇਸ ਕਰੀਏ ਲੋਕਲ ਪੰਜਾਬੀ, ਤੇ ਰੁਜ਼ਗਾਰ ਵਾਸਤੇ ਤੁਹਾਡੇ ਲੋਕ ਹਿਮਾਚਲ 'ਚ ਆਉਣ ਜਾਂ ਕਿਸੇ ਹੋਰ ਪਾਸੇ ਆਉਣ। ਠੀਕ ਹੈ, ਸਾਰੀਆਂ ਫੈਕਟਰੀਆਂ 'ਚ ਇਹ ਹਾਲ ਹੈਗਾ। ਲੋਕਲ ਬੰਦੇ ਨੂੰ ਤਾਂ ਜੇ ਥੋੜ੍ਹੀ ਬਹੁਤ ਦਿੰਦੇ ਆ, ਕੋਈ ਜਿਹੜੀ ਨੌਕਰੀਆਂ ਉਹ ਥੱਲੇ ਲੈਵਲ ਦੀਆਂ ਲੇਬਰ ਨਹੀਂ ਦਿੰਦੀ, ਤੇ ਲੇਬਰ ਤਾਂ ਸਾਡੇ ਖੇਤਾਂ 'ਚ ਵੀ ਕੀਤੀ ਜਾ ਸਕਦੀ ਹੈ। ਇਸ ਕਰਕੇ ਅਸੀਂ ਆਪਣੇ ਹਾਲਾਤਾਂ ਨੂੰ ਜੇ ਇਵੇਂ ਕਰਦੇ ਹਾਂ ਤਾਂ ਉਹਦੇ ਵਾਸਤੇ ਜਿਹੜੀ ਹੈਗੀ ਆਫਟਰ ਆਲ ਸਮਾਂ ਪਾ ਕੇ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਬਰਦਾਸ਼ਤ ਤੋਂ ਬਾਹਰ ਹੋ ਰਹੀਆਂ। ਸਾਰੇ ਪੰਜਾਬ ਦੀ ਪ੍ਰੋਬਲਮ ਹੈ, ਇਕੱਲੀ ਇਹ ਨਹੀਂ ਹੈਗੀ। ਜ਼ੀਰੇ ਤੋਂ ਬਾਅਦ ਉੱਥੇ ਤਰਨਤਾਰਨ ਦੇ ਵਿੱਚ ਜਿਹੜਾ ਹੈਗਾ ਇੱਕ ਮੁੰਡਾ ਮਨਦੀਪ ਤਰਦੇ ਔਰ ਰਾਣੀ ਗੁਰਜੀਤ ਦੀਆਂ ਫੈਕਟਰੀਆਂ ਦੇ ਖਿਲਾਫ, ਹੋਰ ਇੱਧਰ ਆਪਣੇ ਭਵਾਨੀਗੜ੍ਹ ਵਾਲੇ ਪਾਸੇ ਵੀ ਇੱਕ ਦਿੱਕਤ ਆ ਰਹੀ ਆ, ਉਹ ਸੰਗਤ ਮੰਡੀ ਵਾਲੇ ਸਾਰੇ ਪੰਜਾਬ ਦੇ ਵਿੱਚ ਲੁਧਿਆਣਾ ਸਾਡਾ ਅਸੀਂ ਸ਼ਹਿਰ 'ਚ ਰਹਿੰਦੇ ਹਾਂ, ਪਤਾ ਨਹੀਂ ਕਿੰਨਾ ਸੈਂਕੜੇ ਫੈਕਟਰੀਆਂ ਜਿਹੜੀਆਂ ਹੈਗੀਆਂ ਧਰਤੀ 'ਚ ਪਾਣੀ ਪਾ ਰਹੀਆਂ ਜਿਹੜਾ ਕੈਮੀਕਲ ਵਾਲਾ। ਤਾਂ ਇਹ ਪ੍ਰੋਬਲਮ ਜਿਹੜੀ ਹੈਗੀ ਆਉਣ ਵਾਲੇ ਸਮੇਂ 'ਚ ਬੜੀ ਵੱਡੀ ਬਣਨ ਜਾ ਰਹੀ ਹੈ। ਸਰਕਾਰਾਂ ਜਿਹੜੀਆਂ ਹੈਗੀਆਂ ਸੁੱਤੀਆਂ ਹੋਈਆਂ, ਸਰਕਾਰਾਂ ਸੁੱਤੀਆਂ ਹੀ ਹੁੰਦੀਆਂ। ਪਿਛਲੀ ਵਾਰੀ ਇਹ ਵਿਰੋਧੀ ਧਿਰ ਸੀ 5 ਸਾਲ, ਉਦੋਂ ਕਿਹੜਾ ਦੱਸਦਾ ਨਹੀਂ ਸੀ ਇਹਨੂੰ। ਹੁਣ ਸਰਕਾਰ ਇਹਨਾਂ ਦੀ ਹੁਣ ਦੇਖ ਲੈਣ। ਪਹਿਲਾਂ ਕਹਿੰਦੇ ਸਰਕਾਰ ਨਹੀਂ, ਹਾਲਾਂਕਿ 20 ਐਮਐਲਏ ਸੀ ਰਲੇ ਸੀ ਨਾਲ ਪਿਛਲੀ ਕਰਪਸ਼ਨ ਦੇ ਵਿੱਚ। ਇਹਨਾਂ ਨੇ ਕਦੇ ਕੋਈ ਜਿਹੜਾ ਹੈਗਾ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਕਿਹਾ ਜਾ ਸਕੇ ਕਿ ਪਿਛਲੇ 5 ਸਾਲਾਂ 'ਚ ਪੋਜੀਸ਼ਨ ਦੇ ਤੌਰ 'ਤੇ ਇਹਨਾਂ ਨੇ ਕੁਝ ਕੀਤਾ ਹੋਵੇ। ਹੁਣ ਇਹਨਾਂ ਦੀ ਸਰਕਾਰ ਹੈ, ਲੋਕਾਂ ਨੂੰ ਭੁਲੇਖਾ ਸੀਗਾ। ਇੱਕ ਚੰਗਾ ਹੋਇਆ ਕਿ ਪੰਜਾਬ ਦੇ ਭਾਗਾਂ ਨੂੰ ਜਿਹੜਾ ਹੈਗਾ ਅਕਾਲੀ ਕਾਂਗਰਸੀ ਇੱਕ ਵਾਰੀ ਖੁੱਡੇ ਲੱਗੇ ਹੈ, ਤੇ ਇਹਨਾਂ ਨੂੰ ਮੌਕਾ ਮਿਲਿਆ। ਤੇ ਜਿਹੜਾ ਜਿਸ ਤਰ੍ਹਾਂ ਦਾ ਵਿਹਾਰ ਇਹ ਕਰ ਰਹੇ ਸਟੇਟ ਦੇ ਨਾਲ, ਤੇ ਗਾਂ ਲੋਕਾਂ ਦੇ ਭੁਲੇਖੇ ਉਹ ਵੀ ਦੂਰ ਹੋ ਜਾਣਗੇ। ਤੁਸੀਂ ਬਹੁਤ ਸਾਰੇ ਮੁੱਦੇ ਇੱਥੇ ਦੇ ਗਿਣਾਏ ਆ ਜੀ, ਉਹਨਾਂ ਦੇ ਵਿੱਚ ਤੁਸੀਂ ਇਹ ਵੀ ਕਿਹਾ ਕਿ ਰੁਜ਼ਗਾਰ ਦਾ ਇੱਕ ਮੁੱਦਾ ਜਿਹੜਾ ਹੈਗਾ ਇੱਥੇ ਵੱਡਾ ਮੁੱਦਾ ਹੈ ਕਿ ਕੰਪਨੀ ਜਿਹੜੀ ਰੁਜ਼ਗਾਰ ਨਹੀਂ ਦਿੰਦੀ। ਪਰ ਲੋਕ ਜਿਹੜੇ ਹੈਗੇ ਆ, ਜਿਹੜੇ ਕੰਪਨੀ ਦੇ ਹੱਕ ਦੇ ਵਿੱਚ ਗੱਲ ਕਰਦੇ ਆ, ਸਰਕਾਰ ਦੇ ਹੱਕ 'ਚ ਗੱਲ ਕਰਦੇ, ਉਹ ਕਹਿੰਦੇ ਰੁਜ਼ਗਾਰ ਕੀ ਦੇਣਾ, ਪੰਜਾਬੀ ਤਾਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ। ਉੱਥੋਂ ਤਾਂ ਬਿਹਾਰ ਤੋਂ ਜਿਹੜੇ ਮਜ਼ਦੂਰ ਆਉਂਦੇ ਆ ਜੀ, ਯੂਪੀ ਤੋਂ ਮਜ਼ਦੂਰ ਆਉਂਦੇ ਆ, ਉੱਥੋਂ ਤਾਂ ਬੰਦੇ ਬਾਹਰੋਂ ਬੁਲਾਉਂਦੇ, ਜਿਹੜੇ ਆਪਣੇ ਘਰਾਂ ਦੇ ਵਿੱਚ ਕੰਮ ਨਹੀਂ ਕਰਦੇ, ਉਹਨਾਂ ਫੈਕਟਰੀਆਂ 'ਚ ਸਵਾਹ ਕੰਮ ਕਰਨਾ। ਇਸੇ ਕਰਕੇ ਤਾਂ ਬਾਹਰੋਂ ਬੰਦੇ ਬੁਲਾਉਣੇ ਪੈਂਦੇ ਫੈਕਟਰੀਆਂ ਨੂੰ। ਨਹੀਂ, ਇਹ ਚੀਜ਼ ਬਿਲਕੁਲ ਗਲਤ ਹੈਗੀ। ਪੰਜਾਬੀ ਕੰਮ ਕਰਦੇ ਰਹੇ ਸੀਗੇ, ਬੜੀ ਸਾਜ਼ਿਸ਼ ਤਹਿਤ ਇਹ ਚੀਜ਼ਾਂ ਤੁਹਾਡੇ ਵਿੱਚ ਵੜੀਆਂ ਗਈਆਂ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈਗੀ। ਜਿਹੜਾ ਅੱਜ ਕੱਲ੍ਹ 30 40 50 ਸਾਲਾਂ ਤੋਂ ਇਹ ਸਕੀਮਾਂ ਚੱਲ ਰਹੀਆਂ
ਪੰਜਾਬ ਨੂੰ ਜਿਹੜਾ ਪੰਜਾਬੀ ਲੈਸ ਕਰਨ ਵਾਸਤੇ, ਠੀਕ ਹੈ, ਉਹਦਾ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਸਾਡੀ ਮਾਈਗ੍ਰੇਸ਼ਨ ਜਿਹੜੀ ਬਾਹਰਲੇ ਮੁਲਕਾਂ ਨੂੰ ਕੀਤੀ ਗਈ ਹੈ, ਬਾਹਰੋਂ ਜਿਹੜੇ ਲੋਕ ਹੈ ਸਾਜ਼ਿਸ਼ ਨਾਲ ਲਿਆਂਦੇ ਗਏ ਹੈ। ਜਰਖੇਜ਼ ਏਰੀਆ ਇਹ ਜਿਹੜੀ ਜ਼ਮੀਨਾਂ ਜਿਹੜੀਆਂ ਉਪਜਾਊ ਹੈ ਸਾਡੀ ਦੁਸ਼ਮਣ ਬਣੀਆਂ ਹੋਈਆਂ, ਸਾਨੂੰ ਇੱਥੋਂ ਕੱਢ ਕੇ ਇਹਨੂੰ ਇੱਥੇ ਜਿਹੜਾ ਨਵੀਂ ਮਾਈਗ੍ਰੇਸ਼ਨ ਕਰਕੇ ਲੋਕ ਲਿਆ ਕੇ ਜਿਹੜੇ ਲੇਬਰ ਕਲਾਸ ਹੈਗੀ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਉਹਦੀ ਵਸੋਂ ਕਰਨ ਦੀ ਇੱਕ ਬਹੁਤ ਵੱਡੀ ਡੂੰਘੀ ਸਾਜ਼ਿਸ਼ ਦੇ ਅਧੀਨ ਸਾਰਾ ਕੁਝ ਹੋ ਰਿਹਾ। ਤਾਂ ਇਸ ਕਰਕੇ ਜਿੰਨਾ ਚਿਰ ਲੋਕ ਸਾਡੇ ਬੈਠੇ ਮੌਕਾ ਤਾਂ ਦੇਣ, ਜਦੋਂ ਅਗਲੇ ਕਹਿ ਰਹੇ ਵੀ ਸਾਡੇ ਇੱਥੇ ਦਿੱਤਾ ਨਹੀਂ ਜਾ ਰਿਹਾ, ਫਿਰ ਦੇ ਦੇਣ ਜਾਣ, ਫਿਰ ਨਾ ਕਰਨਗੇ ਤਾਂ ਗੱਲ ਕਿੰਨੇ 750 ਬੰਦਾ ਜੇ ਕੰਮ ਕਰਦਾ ਤਾਂ ਰੁਜ਼ਗਾਰ 700 ਬੰਦੇ ਨੂੰ ਮਿਲੂਗਾ, ਸਾਰੀ ਦੁਨੀਆ ਤੋਂ ਨਹੀਂ ਮਿਲ ਜੂਗਾ, ਉਹਦਾ ਦੇ ਦੇਣ। ਇਸ ਬਹਾਨੇ ਨਾਲ ਇਹ ਕਹਿਣਾ ਵੀ ਹਾਂ ਪੰਜਾਬੀ ਕੰਮ ਨਹੀਂ ਕਰਦੇ, ਇਹ ਤਾਂ ਬਿਲਕੁਲ ਇੱਕ ਬਹੁਤ ਘਟੀਆ ਸੋਚ ਹੈ, ਘਟੀਆ ਗੱਲ ਹੈ। ਪਰ ਇਹ ਹਾਲਾਤ ਤੇ ਸਾਜ਼ਿਸ਼ ਤੇ ਵਰਕ ਚੱਲ ਰਿਹਾ, ਇਹ 'ਚ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹਨਾਂ ਨੇ ਇਹ ਇੱਕ ਸਾਜ਼ਿਸ਼ ਦੇ ਅਧੀਨ ਇਹ ਚੀਜ਼ਾਂ ਪੰਜਾਬੀਆਂ ਦੇ ਮੂੰਹਾਂ 'ਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਪੰਜਾਬੀਆਂ ਦੇ ਸਿਰਾਂ 'ਚ ਵੜਨੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਪੰਜਾਬੀ ਕੰਮ ਨਹੀਂ ਕਰਦੇ, ਅਸੀਂ ਪੰਜਾਬੀ ਬਾਹਰ ਜਾ ਕੇ ਕੰਮ ਨਹੀਂ ਕਰਦੇ, ਸਾਡੇ ਵਰਗਾ ਦਾ ਕੰਮ ਕਰਦੇ ਹੀ ਕੋਈ ਨਹੀਂਗਾ, ਪੰਜਾਬੀ ਤੋਂ ਵੱਧ ਮਿਹਨਤੀ ਕੌਣ ਹੈਗਾ। ਤਾਂ ਸੋ ਇਹ ਸਾਜ਼ਿਸ਼ ਤਹਿਤ ਸਾਰੀ ਚੀਜ਼ਾਂ ਤੁਹਾਡੇ ਸਿਰ 'ਚ ਬੜੀਆਂ ਜਾਂਦੀਆਂ। ਸਰਕਾਰ ਇਹ ਵੀ ਕਹਿੰਦੀ ਹੈ ਨਾ ਕਿ ਪੰਜਾਬ ਦੇ ਵਿੱਚ ਅਸਲ 'ਚ ਧਰਨੇ ਕੋਈ ਅਸਲ ਧਰਨੇ ਨਹੀਂ ਹੈਗੇ ਜੀ, ਇੱਕ ਪਾਸੇ ਅਕਾਲੀ ਇਕੱਠੇ ਹੋ ਜਾਂਦੇ ਜੀ, ਕਾਂਗਰਸੀ ਇਕੱਠੇ ਹੋ ਕੇ ਇਹਨਾਂ ਨੇ ਰਲ ਮਿਲ ਕੇ ਧਰਨੇ ਲਵਾਏ ਹੋਏ ਆ। ਅਸਲ 'ਚ ਤਾਂ ਧਰਨਿਆਂ ਦਾ ਕੋਈ ਮੁੱਦਾ ਹੀ ਹੈ ਨਹੀਂ ਪੰਜਾਬ 'ਚ। ਜਿਹੜੀਆਂ ਸਾਰੀਆਂ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿੰਦੇ ਕਿ ਪੋਟਿਆਂ ਦੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਮੈਨੂੰ ਤਾਂ ਸਾਰੀਆਂ ਮੁਸ਼ਕਲਾਂ ਯਾਦ ਆ, ਤੇ ਹੱਲ ਵੀ ਦੇਖਿਓ ਕਿੱਦਾਂ ਹੁੰਦੀਆਂ। ਇਹ ਤਾਂ ਧਰਨੇ ਸਾਰੇ ਵਿਰੋਧੀ ਪਾਰਟੀਆਂ ਦੇ ਆ ਜੀ। ਤੇ ਅੱਜ ਨੂੰ ਆਪ ਕੀ ਕਹਿੰਦਾ ਹੁੰਦਾ ਸੀ, ਇਹ ਖਸਖਸ ਦੀ ਖੇਤੀ ਇਹ ਕਰਾਉਂਦਾ ਹੁੰਦਾ ਸੀ, ਠੀਕ ਹੈ। ਹੋਰ ਤੁਸੀਂ ਬਾਕੀ ਦੀਆਂ ਕਿੰਨੀਆਂ ਗੱਲਾਂ ਕਰ ਲਓ, ਟੀਚਰਾਂ ਨਾਲ ਜੋ ਹਾਲਾਤ ਸਾਡੇ ਪੰਜਾਬ 'ਚ ਬਣੇ ਹੋਏ ਆ, ਡਰੱਗ ਦਾ ਤੁਹਾਡੇ ਜਿਹੜੇ ਹੈਗੇ ਕੀ ਹਾਲਾਤ ਬਣੇ ਹੋਏ ਆ, ਕੀ ਪਿਛਲੇ ਸਾਲ ਹੋਣ ਵਾਲਾ ਕੋਈ ਹੱਲ ਹੋਇਆ ਮਸਲਾ। ਤੇ ਜੇ ਆਪਾਂ ਵਿਰੋਧੀ ਧਿਰ ਤੇ ਹੀ ਪਾਉਣਾ ਤੇ ਫਿਰ ਤਾਂ ਰੌਲਾ ਕੋਈ ਨਹੀਂ। ਪਿਛਲੀ ਵਾਰੀ ਇਹ ਉਹਨਾਂ ਨੂੰ ਨਹੀਂ ਕਹੀ ਗਏ, ਹੁਣ ਇਹਨਾਂ ਨੂੰ ਕਹੀ ਗਏ, ਇਹ ਗਲਤ ਗੱਲ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਮਾਂ ਨਿਕਲ ਚੁੱਕਿਆ। ਲੋਕਾਂ ਨੇ 3 ਮਹੀਨਿਆਂ ਬਾਅਦ ਦੱਸਤਾ ਸੀ ਸੰਗਰੂਰ ਦੇ ਇਲੈਕਸ਼ਨ 'ਚ ਵੀ ਅਸੀਂ ਮਤਲਬ ਮਾਫ ਨਹੀਂ ਕਰਾਂਗੇ ਤੁਹਾਨੂੰ। ਫਿਰ ਬਾਈ ਇਲੈਕਸ਼ਨ ਆ ਗਈ ਜਲੰਧਰ ਵਾਲੀ, ਉਹਦੇ 'ਚ ਵੀ ਇਹਨਾਂ ਨੂੰ ਵੇਖਿਆ ਜੂਤ ਪੈਂਦਾ। ਤਾਂ ਇਸ ਕਰਕੇ ਫਿਲਰ ਹੈਗਾ, ਮਜਬੂਰੀ ਹੈ, ਕਿੰਨਾ ਚਿਰ ਇਹ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ। 5 ਸਾਲ ਜੇ ਇਹਨਾਂ ਨੇ ਕਿਤੇ ਪੂਰੇ ਕਰਨੇ ਹੋਏ ਤਾਂ ਮੈਨੂੰ ਤਾਂ ਲੱਗਦਾ ਸਟੇਟ ਦਾ ਪਤਾ ਨਹੀਂ ਕੀ ਕਰ ਦੇਣਗੇ। ਇਹ ਤਾਂ ਉਹਨਾਂ ਨੂੰ ਚੰਗਾ ਹਮੇਸ਼ਾ ਹੀ ਜਿਹੜਾ ਸ਼ਾਸਕ ਆਉਂਦਾ, ਰੂਲਰ ਆਉਂਦਾ, ਉਹ ਦੂਜੇ ਨੂੰ ਚੰਗਾ ਕਰਨ ਵਾਸਤੇ ਜੁੜ ਜਾਂਦਾ। ਇੰਨੇ ਗਲਤ ਕੰਮ ਕਰਦਾ ਕਿ ਉਹ ਅਕਾਲੀ ਚੰਗਾ। ਅੱਜ ਕੱਲ੍ਹ ਚੱਲ ਪਈ ਨਾ ਗੱਲ ਵੀ ਇਹਨਾਂ ਤੋਂ ਚੰਗੇ ਸੀ, ਕਾਂਗਰਸੀ ਚੰਗੇ ਸੀ, ਇਹਨਾਂ ਦਾ ਕੰਮ ਹੀ ਇਹ ਸਾਰੇ ਇਕੱਠੇ ਹੈਗੇ ਆ। 5% ਵੀ ਕਲਾਸ ਨਹੀਂ ਹੈਗੀ ਇਹ, ਸੌਰੀ। ਤੇ ਜਦੋਂ ਲੋਕਾਂ ਨੂੰ ਜਾਗ ਆ ਗਈ, ਆਈ ਵੀ ਹੈਗੀ ਹੈ, ਅਗਲੀ ਵਾਰੀ ਜਿਹੜੇ ਹੈਗੇ ਜਦੋਂ ਵੀ ਕਿਤੇ ਕੋਈ ਨਵਾਂ ਜਿਹੜਾ ਬਦਲ ਪੰਜਾਬ ਦੇ ਵਿੱਚ ਆਊਗਾ, ਪੰਜਾਬ ਦੇ ਲੋਕਾਂ ਦਾ ਬਿਨਾਂ ਸਿਆਸਤਦਾਨਾਂ ਦਾ, ਜਿਹੜੇ ਹੁਣ ਤੱਕ ਦੇ ਸਿਆਸੀ ਲੋਕ ਹੈ, ਇਹਨਾਂ ਤੋਂ ਇਲਾਵਾ ਜਿਹੜੇ ਹੈਗੇ ਨਾਨ ਪੋਲੀਟੀਕਲ ਲੋਕ, ਤੁਹਾਡੇ ਵਰਗੇ ਸਾਡੇ ਵਰਗੇ ਆਮ ਲੋਕ ਉੱਠ ਕੇ ਜਦੋਂ ਕੋਈ ਇਹ ਜਿਹੜੀ ਹੈਗੀ ਆ ਕਨਵਰਸ਼ਨ ਹੋਊਗੀ। ਇਹ ਵੀ ਤਾਂ ਨਵਾਂ ਹੀ ਬਦਲ ਸੀ ਜੋ ਕਹਿੰਦੇ ਆਮ ਘਰਾਂ ਦੇ ਵਿੱਚੋਂ ਆਏ ਆ ਜੀ। ਸਾਡੇ ਤਾਂ ਕੋਈ ਮੋਬਾਈਲ ਰਿਪੇਅਰ ਕਰਦਾ ਸੀ, ਹੈ ਨਾ ਜੀ, ਕੋਈ ਕਿਸੇ ਆਮ ਘਰ ਦਾ ਜਮਾਂ ਹੀ ਬਿਲਕੁਲ ਨੀਵੇਂ ਦਰਜੇ ਦਾ ਜਿਹੜਾ ਜੀਵਨ ਜਿਉਣ ਵਾਲਾ ਨਾਗਰਿਕ ਸੀਗਾ, ਉਹਨਾਂ ਨੂੰ ਅਸੀਂ ਬਦਲਾ ਕੇ ਮੰਤਰੀ ਬਣਾ ਕੇ ਪੇਸ਼ ਕੀਤਾ ਜੀ। ਹੁਣ ਇਹ ਤੋਂ ਅਗਲਾ ਬਦਲਾ ਤੁਸੀਂ ਕੀ ਸਮਝਦੇ ਹੋ? ਆਮ ਬੰਦੇ ਦਾ ਤੇ ਨੀਵੇਂ ਦਰਜੇ ਬੰਦੇ ਤੇ ਬਹੁਤ ਫਰਕ ਹੁੰਦਾ, ਠੀਕ ਹੈ। ਆਮ ਵਾਲੇ ਨਹੀਂ ਹੈਗੇ, ਨੀਵੇਂ ਦਰਜੇ ਵਾਲੇ ਹੈਗੇ, ਤੁਹਾਡੀ ਗੱਲ ਠੀਕ ਹੈ, ਠੀਕ ਹੈ। ਕੋਈ ਸਿਮ ਵੇਚਣ ਨਾਲ ਕੋਈ ਬੰਦਾ ਮਤਲਬ ਨੀਵਾਂ ਨਹੀਂ ਹੋ ਜਾਂਦਾ, ਨੀਵਾਂ ਕਿਰਦਾਰ ਹੁੰਦਾ। ਐਮਐਲਏ ਬਣ ਕੇ ਕਿਸੇ ਨੂੰ ਲਫੇੜੇ ਮਾਰਦੇ, ਧਮਕੀਆਂ ਦੇਣ ਕੇ ਬੰਦਾ ਨੀਵਾਂ ਹੁੰਦਾ। ਤਾਂ ਕਿਰਦਾਰ ਉਦੋਂ ਹੀ ਪਰਖੇ ਜਾਂਦੇ ਜਦੋਂ ਪਾਵਰ ਆਉਂਦੀ ਤੁਹਾਡੇ ਕੋਲੇ। ਤਾਂ ਇਸ ਕਰਕੇ ਇਹ ਜਿਹੜੇ ਹੈਗੇ ਆ, ਇਹ ਆਮ ਘਰਾਂ ਦੇ ਵਿੱਚੋਂ ਇਹ ਨਹੀਂ ਹੋ ਸਕਦਾ ਪਹਿਲਾਂ ਹੀ ਚੁਣ ਕੇ ਲੈ ਗਏ ਹੋਣ ਤਾਂ ਇਹ ਤਾਂ ਉਹ ਬੰਦੇ ਆ ਜਿਨ੍ਹਾਂ ਨੇ ਜ਼ਿਆਦਾ ਪੈਸੇ ਦੇ ਕੇ ਟਿਕਟਾਂ ਲਈਆਂ ਸਾਰੀਆਂ, ਜਾਂ ਜਿੱਥੇ ਕੋਈ ਟਿਕਟ ਦੇਣ ਨੂੰ ਹੈ ਹੀ ਨਹੀਂ ਸੀ ਕੁਛ, ਉੱਥੇ ਜਿਹੜਾ ਬੰਦਾ ਅੱਗੇ ਤੁਰਿਆ ਫਿਰਦਾ ਸੀ ਉਹਨੂੰ ਦੇ ਦਿੱਤੀ। ਡਿਜ਼ਰਵ ਕਰਦੇ ਬੰਦੇ ਨੂੰ ਕਿਸੇ ਨੂੰ ਟਿਕਟ ਦਿੱਤੀ ਆਪਨੇ, ਜਿਹੜਾ ਇਹਨਾਂ ਨੂੰ ਕੁਐਸਚਨ ਕਰ ਸਕੇ। ਤੇ ਮਤਲਬ ਇਹਨਾਂ ਕੋਲ ਇਹੋ ਜਿਹਾ ਕੁਛ ਹੀ ਹੋਣਾ ਸੀਗਾ। ਤਾਂ ਜੇ ਡਿਜ਼ਰਵ ਕਰਦੇ ਲੋਕ ਹੈ, ਮੈਂ ਤਾਂ ਹੀ ਕਿਹਾ ਕਿ ਸਿਸਟਮ ਦੇ ਵਿੱਚੋਂ ਲੋਕ ਜਿਹੜੇ ਹੈਗੇ ਆ, ਕੋਈ ਗੱਲ ਨਹੀਂ, ਤੁਸੀਂ ਸਮਾਂ ਜਿਹੜਾ ਹਰ ਚੀਜ਼ ਦਾ ਜਵਾਬ ਹੈ। ਅਜੇ ਆਉਣ ਵਾਲਾ ਸਮੇਂ ਦੇ ਵਿੱਚ ਜੇ ਸਾਡੇ ਵਰਗੇ ਲੋਕਾਂ ਨੂੰ ਫਰੀਡਮ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ, ਬਾਹਰ ਤੁਰਦੇ ਫਿਰਦੇ ਰਹੇ, ਤੇ ਫਿਰ ਦੇਖਾਂਗੇ ਤੇ ਦੱਸਾਂਗੇ ਪੰਜਾਬ ਨੂੰ ਵੀ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਤੇ ਸਭ ਕੁਝ ਠੀਕ ਹੋ ਸਕਦਾ। ਮਤਲਬ ਚੁਟਕੀਆਂ ਦੇ ਵਿੱਚ ਹੋ ਸਕਦਾ ਜਦੋਂ ਸਰਕਾਰ ਦੇ ਵਿੱਚ ਜਿਹੜਾ ਚਲਾਉਣ ਵਾਲੇ ਜਿਹੜੇ ਦਿਆਨਤਦਾਰੀ ਨਾਲ ਔਰ ਬਿਲਕੁਲ ਪੋਲੀਟੀਕਲ ਵਿਲ ਠੀਕ ਨਾ ਕੰਮ ਕਰਨਗੇ ਤਾਂ ਬਿਲਕੁਲ ਪੰਜਾਬ ਦਾ ਕੁਝ ਵੀ ਨਹੀਂ ਵਿਗੜਿਆ ਹੋਇਆ ਜੇ ਠੀਕ ਕਰਨਾ ਹੋਵੇ। ਪਰ ਅੱਜ ਤੱਕ ਕੋਈ ਠੀਕ ਕਰਨ ਵਾਸਤੇ ਜਿਹੜਾ ਸਿਰ ਨੂੰ ਪਾਵਰ ਜਿਹੜੀ ਹੈਗੀ ਕਦੇ ਮਿਲੀ ਨਹੀਂ। ਮੁੱਖ ਮੰਤਰੀ ਸਾਹਿਬ ਸੂਬੇ ਦੇ ਮੁਖੀ ਹੈ, ਜਦੋਂ ਵੀ ਉਹਨਾਂ ਦੀ ਕੋਈ ਭਾਸ਼ਣ ਹੁੰਦਾ, ਕੋਈ ਸਪੀਚ ਹੁੰਦੀ ਤਾਂ ਅਕਸਰ ਉਹ ਕਹਿੰਦੇ ਕਿ ਮੈਂ ਤਾਂ 70 ਸਾਲਾਂ ਦੇ ਬੀਜੇ ਕੰਡੇ ਅਜੇ ਤੱਕ ਚੁਗੀ ਜਾਣਾ। ਤੁਸੀਂ ਕਹਿੰਦੇ ਹੋ ਵੀ ਸਾਲ ਹੋ ਗਿਆ ਕੁਝ ਨਹੀਂ ਕੀਤਾ, ਸਾਲ ਹੋ ਗਿਆ ਕੁਝ ਨਹੀਂ ਕੀਤਾ। ਮੈਥੋਂ ਤਾਂ ਇਹ ਕੰਡੇ ਨਹੀਂ ਚੁਗੇ ਜਾ ਰਹੇ। ਕਈ ਜਾਂਦੇ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦਾ, ਪਤੰਦਰਾਂ ਨੇ ਨਾ ਕੋਈ ਹਸਪਤਾਲ ਬਣਾਇਆ, ਨਾ ਕੋਈ ਕਾਲਜ ਬਣਾਇਆ, ਖਜ਼ਾਨਾ ਕਿੱਦਾਂ ਖਾਲੀ ਹੋ ਗਿਆ। ਉਹ ਕਹਿੰਦੇ ਜਿਹੜੇ ਲੋਕਾਂ ਨੇ ਸਰਕਾਰ 'ਚ ਰਹਿ ਕੇ ਉਦੋਂ ਸੱਤਾ ਦੇ ਆਨੰਦ ਮਾਣੇ, ਸਰਕਾਰ ਦੇ ਨਾਲ ਮੌਜਾਂ ਕਰੀਆਂ, ਜਦੋਂ ਸਰਕਾਰ ਨੇ ਲੱਤਾਂ ਮਾਰਤੀਆਂ ਬਾਅਦ 'ਚ ਸਮਾਜ ਸੇਵੀ ਬਣ ਗਏ। ਤੁਹਾਡੇ ਵਰਗੇ ਲੋਕਾਂ ਨੂੰ ਵੀ ਅਜਿਹੀਆਂ ਗੱਲਾਂ ਕਹੀਆਂ। ਇਹੀ ਤਾਂ ਉਹ ਆਪ ਕੀ ਕਰ ਰਹੇ ਆ ਹੁਣ। ਤੁਸੀਂ ਉਹਨਾਂ ਜਿਹੜੇ ਹੈਗੇ ਸੇਵਾ ਕੇਂਦਰਾਂ ਨੂੰ ਇਹ ਉਹਦੇ 'ਚ ਹੈਲਥ ਕਲੀਨਿਕਾਂ 'ਚ ਬਦਲਣ ਲੱਗੇ ਪਏ ਆ। ਉਹ ਜਿਹੜੀਆਂ ਗੱਲਾਂ ਕਰਦੇ ਸੀ 108 ਐਂਬੂਲੈਂਸ ਤੇ ਬਾਦਲਾਂ ਦੀ ਫੋਟੋ ਲੱਗਦੀ ਹੈ, ਆਪ ਕੀ ਕਰ ਰਿਹਾ ਇਹ ਹੈਗਾ। ਮਾਰਕਫੈਟ ਦੇ ਕੈਲੰਡਰ ਤੇ 3 ਫੋਟੋਆਂ ਲੱਗੀਆਂ ਭਗਵੰਤ ਮਾਨ ਦੀਆਂ, ਤੇ ਸ਼ਰਮ ਤਾਂ ਇਹਨਾਂ ਨੂੰ ਹੈ ਨਹੀਂ। ਭਗਵੰਤ ਮਾਨ ਸੀਐਮ ਕਿੱਥੋਂ ਹੈਗਾ? ਤੁਸੀਂ ਕਹਿੰਦੇ ਹੋਗੇ ਨਾ ਤਾਂ ਸਾਹਿਬ ਹੈ ਨਾ ਇਹ ਸੀਐਮ ਹੈ। ਇੱਥੇ ਕੇਜਰੀਵਾਲ ਦਾ ਰਾਜ ਚੱਲਦਾ, ਠੀਕ ਹੈ, ਦਿੱਲੀੋਂ ਚੱਲਦਾ ਹੈ। ਤੇ ਚਾਬੀ ਵਾਲਾ ਖਿਡਾਉਣਾ, ਜਿੰਨੀ ਭਰ ਦਿੰਦੇ ਉਨੀ ਤਾੜੀ ਮਾਰ ਦਿੰਦਾ। ਤਾਂ ਇਹੋ ਜਿਹੇ ਸੀਐਮ ਨੂੰ ਪੰਜਾਬੀਆਂ ਨੂੰ
ਨੂੰ ਲਿਖਿਆ ਸੀ ਸਾਡੇ ਕਰਮਾਂ ਦੇ ਵਿੱਚ, ਪਰ ਕੋਈ ਨਹੀਂ, ਹਰ ਚੀਜ਼ ਜਿਹੜੀ ਹੈਗੀ ਆ ਉਹਦਾ ਹੱਲ ਜਿਹੜੇ ਹੁੰਦੇ ਸਮੇਂ ਨਾਲ ਇਵੇਂ ਹੀ ਆਉਂਦੇ ਆ। ਜਦੋਂ ਲੋਕਾਂ ਦੀ ਕਰਤੂਤਾਂ ਸਾਹਮਣੇ ਆਉਂਦੀਆਂ ਤਾਂ ਹੀ ਲੋਕਾਂ ਨੂੰ ਭੁਲੇਖੇ ਦੂਰ ਹੁੰਦੇ। ਤਾਂ ਉਮੀਦ ਜੋ ਲੋਕ ਕਰਦੇ ਸੀ, ਮੈਂ ਅੱਜ ਦੀ ਗੱਲ ਨਹੀਂ ਕਰਦਾ, ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਦੇ ਨੇ ਵੀ ਬਣਾਓ ਇਹਨਾਂ ਨੂੰ, ਹੋਰ ਸਾਡੇ ਕੋਲ ਹੱਲ ਕੋਈ ਨਹੀਂ, ਪਰ ਗੰਦ ਇਹੀ ਪਾਉਣਗੇ। ਇਹ ਪਹਿਲਾਂ ਕਹਿੰਦਾ ਰਿਹਾ ਮੈਂ ਵੀ ਇਹ ਆਹ ਕੁਛ ਹੀ ਕਰਨਗੇ। ਸਾਲ ਪਹਿਲਾਂ ਦੀ ਗੱਲਾਂ ਜਦੋਂ ਇਲੈਕਸ਼ਨ ਜੇ ਚੱਲਦੇ ਸੀਗੇ ਵੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ, ਲਿਆਓ ਇਹਨਾਂ ਨੂੰ, ਉਸ ਗੰਦ ਤੋਂ ਪਾਸੇ ਹਟੀਏ। ਤੇ ਹੁਣ ਉਸ ਗੱਲ 'ਚ ਕਾਮਯਾਬ ਹੋਏ ਆ। ਹਾਲਾਤ ਜਿਹੜੇ ਬਣੇ ਆ, ਜਿਵੇਂ ਇਹ ਲੁੱਟ ਖੋ ਸਿਆਸੀ ਆਪਸ 'ਚ ਪਈ ਹੋਈ ਹੈ, ਪਾਸੇ ਹਟੇ ਉਸ ਗੰਦ ਤੋਂ ਜਿਹੜੇ ਦੀ ਤੁਸੀਂ ਗੱਲ ਕਰਦੇ ਹੋ। ਪੂਰੀ ਸੁਣੋ ਨਾ, ਜਿਹੜੀ ਐਸਐਮ ਚੱਲ ਰਹੀ ਹੈ ਉਹ ਹੈਗੀ ਹੈ ਕਿ ਸਿਆਸੀ ਲੋਕਾਂ ਨੂੰ ਫੜ ਕੇ ਅੰਦਰ ਦਿੱਤੇ ਜਾ ਰਹੇ ਨੇ। ਇੱਕ ਦੂਜੇ ਅਫਸਰਾਂ ਦੇ ਪੰਗਾ ਪਿਆ ਸੀਗਾ, ਸਰਕਾਰ ਬੈਕਫੁੱਟ ਤੇ ਹੋ ਗਈ। ਕਿੱਡੀ ਚਿੱਠੀ ਲਿਖੀ ADGP ਨੂੰ, ਆਪਣੇ ਚੀਫ ਸੈਕਟਰੀ ਨੇ ਵੀ ਦੁਬਾਰਾ ਜਿਹੜੀ ਪਹਿਲਾਂ ਮਨਜ਼ੂਰੀ ਲਾਓਗੇ ਤੇ ਫਿਰ ਸਾਡੇ ਖਿਲਾਫ ਕਾਰਵਾਈ ਕਰੋਗੇ। ਉਹ ਤਾਂ ਕਰਨੀ ਨਹੀਂ ਹੈਗੀ। ਹੁਣ ਪੈਸਾ ਕਿਹਦੇ ਕੋਲੇ? ਪੋਲੀਟੀਸ਼ੀਅਨ ਕੋਲੇ ਜਾਂ ਅਫਸਰ ਕੋਲੇ? ਅਫਸਰ ਕੋਲੋਂ ਤਾਂ ਇਹ ਕਰ ਨਹੀਂ ਸਕਦੇ ਕਿਉਂਕਿ ਆਪਦੇ ਕੋਲ ਪੱਲੇ ਕੁਝ ਨਹੀਂ, ਸਰਕਾਰ ਕਿਵੇਂ ਚਲਾਉਣੀ ਅਫਸਰਾਂ ਤੋਂ ਬਿਨਾਂ। ਪਰ ਸਰਕਾਰਾਂ ਅਫਸਰਾਂ ਤੋਂ ਬਿਨਾਂ ਵੀ ਚਲਾਈਆਂ ਜਾ ਸਕਦੀਆਂ। ਸਮਾਂ ਆਇਆ ਕਦੇ ਦੱਸਾਂਗੇ ਵੀ ਕਿਵੇਂ ਸਰਕਾਰਾਂ ਚਲਾਈਆਂ ਜਾ ਸਕਦੀਆਂ। ਤਾਂ ਇਹਨਾਂ ਦੀ ਪੋਲੀਟੀਕਲ ਨਹੀਂ ਹੈਗੀ, ਨੌਲੇਜ ਨਹੀਂ ਹੈਗੀ, ਤੇ ਬਿਲਕੁਲ ਜਿਹੜਾ ਉਹ ਕਿਰਦਾਰਾਂ ਨਾਲ ਮੈਚ ਹੀ ਨਹੀਂ ਕਰਦੇ। ਕੰਮ ਕਰਨੇ ਕੋਈ ਔਖੇ ਨਹੀਂ ਹੈਗੇ, ਪਰ ਇਹਨਾਂ ਨੂੰ ਜਿਨ੍ਹਾਂ ਨੂੰ ਆਉਂਦਾ ਹੀ ਨਾ ਹੋਵੇ, ਜਿਹੜਾ ਆਪਦਾ ਕੰਮ ਕਰਦਾ। ਹੁਣ ਮੈਂ ਪੁਲਿਸ ਦੀ ਨੌਕਰੀ ਕਰਦਾ ਸੀਗਾ, ਇਹਨਾਂ ਨੇ ਡੀਰੇਲ ਕਰਕੇ ਇੱਕ ਪਾਸੇ ਖਿੱਚ ਕੇ ਜੇ ਲੈ ਜਾਂਦਾ, ਤਾਂ ਫਿਰ ਸਾਡੇ ਵਿੱਚ ਵੀ ਕੁਝ ਚੀਜ਼ਾਂ ਸੀਗੀਆਂ ਤਾਂ ਸਾਹਮਣੇ ਆਈਆਂ ਨਾ। ਸਾਨੂੰ ਕਿਹੜਾ ਪਤਾ ਸੀਗਾ ਕੱਲ ਨੂੰ ਮੈਨੂੰ ਤੁਹਾਡੇ ਵਰਗੇ ਲੋਕਾਂ ਨੂੰ ਇਹ ਜਵਾਬ ਦੇਣੇ ਪੈਣਗੇ। ਇਹ ਮੇਰਾ ਕੰਮ। ਇਹ ਵੀ ਕਹਿੰਦੇ ਵੀ ਜੇ ਨੌਕਰੀ ਤੁਹਾਡੀ ਚੰਗੀ ਚੱਲਦੀ ਰਹਿੰਦੀ ਤਾਂ ਠੀਕ ਆ, ਹੁਣ ਚੁੰਡੀ ਵੱਡੀ ਗਈ ਤਾਂ ਹੁਣ ਤੁਸੀਂ ਤੜਫਦੇ ਨਜ਼ਰ ਆ ਰਹੇ ਹੋ। 32 ਸਾਲ ਮੈਂ ਨੌਕਰੀ ਕੀਤੀ ਹੈ ਕਾਕਾ, ਠੀਕ ਹੈ। ਬਹੁਤ ਚੁੰਡੀਆਂ ਵੱਡੀਆਂ ਗਈਆਂ, ਦੂਜੀ ਵਾਰੀ ਡਿਸਮਿਸ ਹੋਇਆ, 7 ਕੇਸ ਦਰਜ ਹੋਏ ਮੇਰੇ ਤੇ। ਇਹ ਕੋਈ ਇਹ ਨਹੀਂ ਕਿ ਆ ਇੱਕੋ ਚੁੰਡੀ ਵੱਡੀ ਹੈ, ਬੜੀਆਂ ਚੁੰਡੀਆਂ ਵੱਡੀਆਂ ਗਈਆਂ। ਸਮੇਂ ਨਾਲ ਚੀਜ਼ਾਂ ਨਿਖਰਦੀਆਂ ਹੁੰਦੀਆਂ, ਵਕਤ ਆਉਂਦਾ ਹੁੰਦਾ ਜਿਹੜਾ ਹੈਗਾ। ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ, ਉਦੋਂ ਨਾਮ ਛੋਟੇ ਸੀ, ਸੋਸ਼ਲ ਮੀਡੀਆ ਨਹੀਂ ਹੈਗਾ ਸੀਗਾ। ਅੱਜ ਸੋਸ਼ਲ ਮੀਡੀਆ ਨੇ ਇਹਨਾਂ ਦਾ ਬੇੜਾ ਗਰਕ ਕੀਤਾ। ਆਵਾਜ਼ ਦੂਰ ਤੱਕ ਜਾਂਦੀ ਹੈ, ਤੁਸੀਂ ਹੁਣ ਬੋਲੋਗੇ ਸਾਰੀ ਦੁਨੀਆ ਸੁਣ ਲੂਗੀ ਨਾ ਸ਼ਾਮ ਤੱਕ। ਇੱਥੇ ਹੈ ਸਾਰਾ ਕੁਛ ਖੜਾ, ਠੀਕ ਹੈ। ਵਕਤ ਹੈ, ਇਹ ਜਿਹੜਾ ਫੈਸਿਲਿਟੀ ਸਾਡੇ ਵਰਗੇ ਲੋਕਾਂ ਕੋਲ ਅਵੇਲੇਬਲ ਹੈ। ਉਹ ਕਿੰਨੇ ਕੁ ਬੰਦੇ ਹੋਰ ਦੱਸੋਗਾ ਮੈਨੂੰ? ਹੋਰ ਤੁਸੀਂ ਨਾਮ ਹੀ ਲੈ ਦਿਓ ਇੱਕ ਬੰਦਾ ਪੰਜਾਬ ਦੇ ਵਿੱਚ ਹੁਣ ਤੱਕ ਵੀ ਜਿਸ ਤਰ੍ਹਾਂ ਦੀ ਗੱਲ ਮੈਂ ਕਰ ਰਿਹਾ, ਕੋਈ ਕਰ ਰਿਹਾ ਹੋਵੇ ਤਾਂ। ਇਹ ਬਦਕਿਸਮਤੀ ਹੈ, ਮੈਂ ਕੋਈ ਮਾਣ ਕਰਨਾ, ਸ਼ਰਮ ਆਉਂਦੀ ਹੈ। ਪੰਜਾਬ 'ਚ ਇੰਨਾ ਸਾਲ ਅਸੀਂ ਮਰ ਗਏ ਅਸੀਂ ਵੀ ਕੋਈ 20-50 ਬੰਦੇ ਇਕੱਠੇ ਨਹੀਂ ਹੋ ਕੇ ਖੜੇ ਹੋ ਸਕਦੇ, ਅਦਾਲਤਾਂ ਨੂੰ ਨਹੀਂ ਦੱਸ ਸਕਦੇ। ਅਸੀਂ ਭੁਗਤ ਰਹੇ ਇਹਨਾਂ ਕੋਲੋਂ, ਨਰਕ ਭੁਗਤ ਰਹੇ ਸਾਰੇ, ਠੀਕ ਹੈ। ਤੇ ਕੋਈ ਇਹ ਕਹਿਣ ਨੂੰ ਤਿਆਰ ਨਹੀਂ ਹੈਗਾ ਕਿ ਜਿਹੜੇ ਗੁਨਾਹਗਾਰ ਬੈਠੇ ਨੇ, ਇਹ ਅਦਾਲਤਾਂ 'ਚ ਗੁਨਾਹਗਾਰ ਬੈਠੇ ਆ, ਥੋੜਾ ਬਿਊਰੋਕਰੇਟ ਗੁਨਾਹਗਾਰ ਹੈ, ਥੋੜਾ ਮੀਡੀਆ ਜਿਹੜਾ ਹੈਗਾ ਸਭ ਤੋਂ ਵੱਧ ਵਿਕਿਆ ਹੋਇਆ, ਠੀਕ ਹੈ। ਤੇ ਇਸ ਦੇ ਬਾਵਜੂਦ ਇਹ ਗੱਲਾਂ ਕਰਾਂਗੇ ਤਾਂ ਫਿਰ ਸਾਹਮਣੇ। ਤੁਸੀਂ ਬੋਲ ਰਹੇ ਹੋ, ਬੇਬਾਕ ਬੋਲਦੇ ਹੋ ਜੀ, ਇਹਨਾਂ ਲੋਕਾਂ ਦੇ ਨਾਲ ਖੜਦੇ ਹੋ ਆ ਕੇ, ਪਰ ਇਹ ਵੀ ਤਾਂ ਕਿਹਾ ਜਾਂਦਾ ਨਾ ਵੀ ਇਹ ਮੁੱਦੇ ਜਾਣ ਕੇ ਬਣਾਏ ਜਾਂਦੇ ਆ ਤਾਂ ਕਿ ਆਪਣੇ ਜਿਹੜੇ ਹੈਗੇ ਆ ਧੰਦੇ ਚਲਾਏ ਰੱਖਣ। ਕਿਉਂਕਿ ਜਿਹੜੇ ਧਰਨਿਆਂ ਦੇ ਵਿੱਚੋਂ ਕਈ ਲੋਕਾਂ ਨੂੰ ਰੋਜ਼ਗਾਰ ਲੱਭਦਾ, ਧਰਨਿਆਂ ਦੇ ਵਿੱਚੋਂ ਹੀ ਲਾਈਮਲਾਈਟ ਲੱਭਦੀ, ਧਰਨਿਆਂ ਦੇ ਵਿੱਚੋਂ ਹੀ ਫੇਮਸ ਹੋਣਾ ਚਾਹੁੰਦੇ, ਕਦੀ ਜੀਰੇ ਪਹੁੰਚ ਜਾਂਦੇ, ਕਦੀ ਅਜਿਹੀਆਂ ਥਾਵਾਂ ਤੇ ਪਹੁੰਚ ਜਾਂਦੇ। ਇਹ ਲੋਕ ਹੀ ਨਹੀਂ ਚਾਹੁੰਦੇ ਵੀ ਧਰਨੇ ਖਤਮ ਹੋਣ। ਇਹ ਲੋਕ ਚਾਹੁੰਦੇ ਵੀ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਰਹਿਣ, ਇੱਥੇ ਫੈਕਟਰੀਆਂ ਆਉਣ ਨਾ, ਜਿਹੜੀਆਂ ਆਈਆਂ ਹੋਈਆਂ ਉਹ ਬੰਦ ਹੋ ਜਾਣ, ਵੀ ਇਹਨਾਂ ਦਾ ਧੰਦਾ ਚੱਲਦਾ ਰਹੇ। ਅਜਿਹੇ ਬਿਆਨ ਫਿਰ ਮੰਤਰੀ ਦਿੰਦੇ ਆ ਨਾ। ਨਹੀਂ, ਇਹ ਤੁਹਾਡਾ ਵਿਚਾਰ ਹੋਊਗਾ, ਪਰਸਨਲ ਮੇਰਾ ਖਿਆਲ ਨਹੀਂ ਕੋਈ। ਮੰਤਰੀ ਕਹਿੰਦੇ ਆ ਜੀ ਇਹ ਗੱਲਾਂ ਵੀ ਜੇ ਫੈਕਟਰੀਆਂ ਨਹੀਂ ਆਉਂਗੀਆਂ ਤਾਂ ਮੇਰਾ ਵਿਚਾਰ ਕੋਈ ਨਹੀਂ ਜੀ। ਕਿਤੇ ਕਹਿਣਾ ਹੋਵੇ, ਹੁਣ ਮੰਤਰੀ ਦੇ ਕਹਿਣ ਨੂੰ ਤੁਸੀਂ ਜ਼ਬਾਨ ਦੇ ਰਹੇ ਹੋ, ਤੁਸੀਂ ਕਰ ਰਹੇ ਹੋ, ਤੁਸੀਂ ਗੱਲ ਪਹੁੰਚਾ ਰਹੇ ਹੋ ਵੀ ਪੰਜਾਬੀ ਕਹਿੰਦੇ ਨਾ, ਕੋਈ ਪੰਜਾਬੀ ਕਹਿੰਦਾ। ਮੰਤਰੀ ਨਹੀਂ ਜੀ, ਮੈਂ ਮੰਤਰੀਆਂ ਦੀ ਗੱਲ ਕਰ ਰਿਹਾ। ਅਮਨ ਅਰੋੜਾ ਸਾਹਿਬ ਨੇ ਕਿਹਾ ਵੀ ਜੇ ਫੈਕਟਰੀਆਂ ਆਉਣਗੀਆਂ ਨਹੀਂ, ਇਸੇ ਤਰ੍ਹਾਂ ਧਰਨੇ ਲੱਗੇ ਰਹਿਣਗੇ। ਤੁਸੀਂ ਸੁਣਿਆ ਹੋਊਗਾ ਉਹਨਾਂ ਦਾ ਬਿਆਨ ਵੀ ਧਰਨੇ ਲੱਗੇ ਰਹਿਣਗੇ, ਜੇ ਫੈਕਟਰੀਆਂ ਆਉਣਗੀਆਂ ਨਹੀਂ ਫਿਰ ਰੋਜ਼ਗਾਰ ਕਿੱਥੋਂ ਦੇਣਾ ਨੌਜਵਾਨਾਂ ਨੂੰ। ਅਮਨ ਅਰੋੜਾ ਤਾਂ ਇੱਕ ਮੈਂ ਪੜ੍ਹਿਆ ਸੀ, ਉਹਦਾ ਆਪਣਾ ਇੱਕ ਜਗ੍ਹਾ ਤੇ ਲਿਖਿਆ ਸੀ ਵੀ ਮੇਰੇ ਇਲਾਕੇ ਦੇ ਵਿੱਚ ਤੁਸੀਂ ਕੋਈ ਗਲਤ ਕੰਮ ਨਹੀਂ ਮੈਂ ਕਰਨਾ। ਜਿਹੜਾ ਮਿਨਿਸਟਰ ਹੋਵੇ ਉਹਨੂੰ ਇੰਨੀ ਅਕਲ ਤੇ ਸ਼ਰਮ ਨਾ ਹੋਵੇ ਵੀ ਤੂੰ ਇੱਕ ਇਲਾਕੇ ਨੂੰ ਬਿਲੋਂਗ ਕਰਦਾ, ਤੂੰ ਪੰਜਾਬ ਨੂੰ ਬਿਲੋਂਗ ਕਰਦਾ, ਤੂੰ ਮੰਤਰੀ ਤਨਖਾਹ ਲੈ ਰਿਹਾ, ਪਬਲਿਕ ਸਰਵੈਂਟ ਹੈ, ਤੇ ਗੱਲ ਕਰ ਰਿਹਾ ਵੀ ਮੇਰੇ ਇਲਾਕੇ 'ਚ ਮੈਂ ਉਹ ਨਹੀਂ ਕੰਮ ਕਰ ਰਿਹਾ, ਮਤਲਬ ਬਾਕੀ ਇਲਾਕਿਆਂ 'ਚ ਅਲਾਊਡ ਹੈ। ਜੇ ਇੱਕ ਮੇਰੇ ਇਲਾਕੇ 'ਚ ਕਰਪਸ਼ਨ ਨਹੀਂ ਹੋਊਗੀ, ਅਫਸਰ ਗਲਤ ਕੰਮ ਕਰਕੇ ਵਿਖਾਉਣੇ ਲਿਖਿਆ ਕਿਤੇ, ਠੀਕ ਹੈ, ਤੇ ਇਹਦਾ ਮਤਲਬ ਬਾਕੀਆਂ 'ਚ ਅਲਾਊਡ ਹੋ ਗਿਆ ਨਾ। ਤੂੰ ਤਾਂ ਮੰਤਰੀ ਹੈ ਸਟੇਟ ਦਾ, ਇਹਨਾਂ ਦੀ ਕੀ ਗੱਲਾਂ ਕਰਨੀ ਹੈ, ਠੀਕ ਹੈ। ਇਹ ਬਹੁਤ ਜਿਹੜੇ ਨਾਮ ਬੜੇ ਦਰਸ਼ਨ ਛੋਟੇ ਹੈ, ਜੋ ਮਰਜ਼ੀ ਬਕਵਾਸ ਕਰਦੇ ਫਿਰਨ, ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਲੋਕ ਮੁੱਦਿਆਂ ਦੀ ਆਵਾਜ਼ ਉਠਾਉਂਦਾ ਹੁਣ ਜੀਰੇ ਸਾਡੇ ਵਰਗੇ ਨੂੰ ਟਾਰਗੇਟ ਕਰਦੇ ਨਾ, ਠੀਕ ਹੈ। ਜੀਰੇ ਵਾਲੇ ਕਿਹੜਾ ਅਕਾਊਂਟ ਚੈੱਕ ਕਰਾ ਲੈਣ, ਸਾਡੇ ਅਕਾਊਂਟਾਂ 'ਚ ਪੈਸੇ ਪੈਂਦੇ। ਜਾਂ ਭਾਈ ਸਾਹਿਬ ਰਜਿੰਦਰ ਨੇ ਬੁਲਾਇਆ ਸੀ ਮੈਨੂੰ, ਅੱਜ ਨਾਲ ਪਿੱਛੇ 20-50 ਹਜ਼ਾਰ ਦੀ ਥੈਲੀ ਦਿੱਤੀ, ਮੈਂ ਤਾਂ ਆਇਆ ਸੀਗਾ। ਅਸੀਂ ਤਾਂ ਆਪਦੀ ਅੱਗ 'ਚ ਬਲਦੇ ਹਾਂ, ਠੀਕ ਹੈ। ਤੇ ਜਿਹੜੀ ਆਪਦੀ ਜਿਹੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਉਹਨਾਂ ਲੋਕਾਂ ਕੋਲ ਪਹੁੰਚ ਕੇ, ਜਿਹੜੇ ਸਾਡੇ ਵਰਗੇ ਦੁੱਖ ਤਕਲੀਫ ਵਾਲੇ ਹੈਗੇ ਆ। ਇਸ ਦੀ ਰੀਜ਼ਨ ਇਵੇਂ ਗੱਲਾਂ ਜੋ ਕਾਫਲੇ ਹੁੰਦੇ ਵੱਡੇ ਹੁੰਦੇ ਆ। ਆਉਣ ਵਾਲਾ ਸਮਾਂ ਦੇਖਦੇ ਹਾਂ ਚੰਗਾ ਹੋਊਗਾ। ਕਿਤੇ ਵਿਧਾਇਕ ਕਹਿੰਦੇ ਕਿ ਇਹਨਾਂ ਲੋਕਾਂ ਦੇ ਨਾਲ ਮੈਂ ਆ ਕੇ ਗੱਲ ਕੀਤੀ, ਇਹਨਾਂ ਦਾ ਐਗਰੀਮੈਂਟ ਕੰਪਨੀ ਦੇ ਨਾਲ ਕਰਵਾਉਣਾ ਚਾਹਿਆ ਕਿ ਇਹਨਾਂ ਨੂੰ ਨੌਕਰੀਆਂ ਮਿਲਣ, ਇਹਨਾਂ ਦੀਆਂ ਗੱਡੀਆਂ ਪੈਣ ਇਸ ਫੈਕਟਰੀ ਦੇ ਵਿੱਚ। ਪਰ ਇਹ ਕਹਿੰਦੇ ਆ ਕਿ ਅਸੀਂ ਫਿਰ ਵੀ ਧਰਨਾ ਨਹੀਂ ਚੁੱਕਣਾ। ਵੀ ਇਹ ਤਾਂ ਫਿਰ ਉਸੇ ਗੱਲ ਦੇ ਉੱਤੇ ਜਿੱਦਾਂ ਕਿ ਇਹਨਾਂ ਦੀ ਜੇ ਗੱਡੀਆਂ ਪੈ ਜਾਂਦੀਆਂ ਜਾਂ ਇਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ, ਫਿਰ ਪ੍ਰਦੂਸ਼ਣ ਦਾ ਮਸਲਾ ਹੱਲ ਹੋ ਜਾਊਗਾ, ਫਿਰ ਜਿਹੜਾ ਕੈਂਸਰ ਵੰਡਿਆ ਜਾ ਰਿਹਾ ਉਹ ਬੰਦ ਹੋ ਜਾਊਗਾ। 1 ਸਾਲ ਦੇ ਵਿੱਚ 2,40,000 ਜੇ 20,000 ਮਿਲਦਾ ਹੋਵੇ ਤਾਂ ਕਮਾ ਲੈਣਗੇ। ਬੱਚਤ ਕਿੰਨੀ ਹੋ ਜੂ? 40,000 ਦੀ ਬੱਚਤ ਹੋ ਜੂਗੀ। ਫਿਰ ਕੀ ਇਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ? ਨੌਕਰੀਆਂ ਲੈ ਕੇ ਪ੍ਰਦੂਸ਼ਣ ਦਾ ਮਸਲਾ ਹੱਲ ਹੋ ਜੂਗਾ। ਇਹਨਾਂ ਦਾ ਤਾਂ ਮੁੱਦਾ ਹੀ ਇਦਾਂ ਦੇ, ਇਹ ਆਪ ਹੀ ਨਹੀਂ ਧਰਨਾ ਚੱਕਣਾ ਚਾਹੁੰਦੇ ਜੀ। ਤੁਸੀਂ ਲੋਕਲ ਹੋ, ਤੁਹਾਨੂੰ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਹੈਗੀ ਹੈ, ਠੀਕ ਹੈ। ਕਿਉਂਕਿ ਜੋ ਕੁਝ ਤੁਸੀਂ ਦੱਸ ਰਹੇ ਹੋ ਮੈਂ ਫਿਰ ਦੁਬਾਰਾ ਕਹਾਂਗਾ। ਤੁਸੀਂ ਕੀ ਸਮਝਦੇ ਹੋ ਕਿ ਕਿੱਦਾਂ ਮਸਲਾ ਹੱਲ ਹੋ ਸਕਦਾ ਜੀ? ਕੀ ਹੋਣਾ ਚਾਹੀਦਾ? ਜੋ ਇਹਨਾਂ ਦੀ ਡਿਮਾਂਡਸ ਹੈਗੀਆਂ ਕਰਨ। ਜੇ ਇਹ ਮੰਗ ਰਹੇ ਕੋਈ ਡਿਮਾਂਡ ਤੇ ਉਹ ਕਰਵਾ ਰਿਹਾ, ਤਾਂ ਫਿਰ ਰੌਲਾ ਕੀ ਹੈ? ਨਹੀਂ ਕਰਵਾ ਰਿਹਾ ਹੋਊਗਾ ਤਾਂ ਹੀ ਲੋਕ ਨਹੀਂ ਮੰਨ ਰਹੇ ਨਾ। ਤੁਹਾਨੂੰ ਬੈਟਰ ਪਤਾ, ਮੈਨੂੰ ਪਤਾ, ਤੁਹਾਡੇ ਸਵਾਲਾਂ ਤੋਂ ਮੈਨੂੰ ਸਮਝ ਆ ਰਹੀ ਹੈ ਨਾ ਵੀ ਯੂ ਨੋ ਦੀ ਬੈਟਰ ਥਿੰਗਸ ਫਰੋਮ ਮੀ, ਠੀਕ ਹੈ। ਤੁਹਾਨੂੰ ਪਤਾ
ਦਿਨੇਸ਼ ਚੜਾ ਬਾਰੇ ਇਹ ਗੱਲ ਕਰਦੇ ਸੀਗੇ MLA ਬਣਾਇਆ, ਉਹਦੇ ਤੇ ਉਮੀਦ ਕਰਦੇ ਸੀਗੇ, ਹੁਣ ਨਹੀਂ ਅੱਜ ਉਹਨਾਂ ਦੀ ਸੁਣਵਾਈ ਕਰ ਰਿਹਾ ਤੇ ਤਾਂ ਹੀ ਗੱਲ ਹੈ ਨਾ, ਕੋਈ ਤਾਂ ਡੈਡਲੌਕ ਹੋਇਆ ਨਾ, ਮੈਂ ਤਾਂ ਉਹਦਾ ਮੈਂਬਰ ਨਹੀਂ, ਤਾਂ ਮੈਨੂੰ ਪਤਾ ਕੀ ਹੋਇਆ ਇਹਦੇ ਵਿੱਚ, ਠੀਕ ਹੈ। ਤੇ ਇਸ ਕਰਕੇ ਪੋਲੀਟੀਕਲ ਜਿਹੜੀ ਗੱਲ ਹੋਈ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਕਿਸੇ ਨੇ ਦਿਨੇਸ਼ ਚੜੇ ਨੇ ਕੀ ਕਿਹਾ, ਇਹ ਰਜਿੰਦਰ ਸਿੰਘ ਜੀ ਇੱਥੇ ਬੈਠੇ ਪੁਰਾਣੇ, ਠੀਕ, ਸਾਡੇ ਤਾਂ ਕੰਸਰਨ ਇਹ ਸੀ, ਇੱਥੇ ਆ ਕੇ ਮੈਂ ਪੋਜੀਸ਼ਨ ਪੁੱਛੀ ਹੈ, ਇਹਨਾਂ ਨੇ ਫੋਨ ਕਰਕੇ ਬੜੇ ਦਿਨਾਂ ਤੋਂ ਕਹਿ ਰਹੇ ਵੀ ਸਾਡੇ ਕੋਲ ਹੋ ਕੇ ਜਾਓ, ਬੜਾ ਭੁਲੇਖਾ ਲੋਕਾਂ ਨੂੰ ਵੀ ਬਰਿੰਦਰ ਸਿੰਘ ਆ ਜਾਊਗਾ, ਪਤਾ ਨਹੀਂ ਉੱਥੇ ਕੀ ਹੋ ਜਾਊਗਾ, ਠੀਕ ਹੈ। ਮੈਂ ਤਾਂ ਇਹਨਾਂ ਦੀ ਇੱਕ ਉਸ ਗੱਲ ਵਾਸਤੇ ਆਇਆ, ਮੈਂ ਆ ਕੇ ਬੇਨਤੀ ਵੀ ਕੀਤੀ ਸੀ ਵੀ ਤੁਹਾਡੀ ਗੱਲ ਸੁਣ ਲਈ ਹੈ, ਆਹ ਤਰੀਕਾ ਤੁਹਾਡੀ ਜਿਹੜੀ ਐਜੀਟੇਸ਼ਨ ਜਿਹੜਾ ਹੈ ਲੋਕ ਰੋਹ ਦੇ ਨਾਲ ਹੀ ਕੁਝ ਚੀਜ਼ਾਂ ਬਣਦੀਆਂ, ਤੇ ਜੇ ਆਪਾਂ ਕਹੀਏ ਵੀ ਆਪਾਂ ਚੁੱਪ ਕਰਕੇ ਸ਼ਾਂਤ ਰਹਿ ਕੇ ਇਹਨਾਂ ਦੇ ਸਾਹਮਣੇ ਖੜੇ ਹੋ ਜਾਾਂਗੇ, ਕਿਸੇ ਨੇ ਕੁਝ ਪੱਲੇ ਨਹੀਂ ਪਾਉਣਾ। 1.5 ਸਾਲ ਤੱਕ ਮੈਂ ਜ਼ਿਆਦਾ ਲੰਮਾ ਇਹਨੂੰ ਲੈ ਕੇ ਨਾ ਜਾਵਾਂ, 1.5 ਸਾਲ ਤੱਕ ਕਿਹਾ ਕਿ ਉਗੋਕੇ ਹੋਰਾਂ ਨੇ, ਕਿਉਂਕਿ ਪਿੱਛੇ ਜੇ ਮਸਲਾ ਉਹਨਾਂ ਦਾ ਪੱਕਿਆ ਸੀ ਤਾਂ ਮੀਡੀਆ ਨਾਲ ਗੱਲਬਾਤ ਉਹਨਾਂ ਦੀ ਹੋਈ, ਮੀਡੀਆ ਦੇ ਰੂਬਰੂ ਹੁੰਦੇ ਤਾਂ ਉਹ ਕਹਿੰਦੇ 1.5 ਸਾਲ ਹੋਰ ਦਿਓ, ਤੁਸੀਂ ਦੇਖਿਓ ਕਿਸੇ ਕੋਲ ਕੋਈ ਜਵਾਬ ਨਹੀਂ ਬਚਣਾ, ਕਿ ਬੋਲਣ ਵਾਲੇ ਲੋਕ ਤਾਂ ਛੱਡੋ, ਜਿਹੜੇ ਵਿਰੋਧੀ ਉਹਨਾਂ ਦੇ ਮੂੰਹ 'ਚ ਵੀ ਉਂਗਲਾਂ ਆਈਆਂ ਹੋਈਆਂ ਵੀ ਇਹਨਾਂ ਦਾ ਵਿਰੋਧ ਕਰੀਏ, ਕਿੱਦਾਂ ਵਿਰੋਧੀ ਵੀ ਚੁੱਪ ਕਰਕੇ ਬੈਠੇ ਆ, ਵਿਰੋਧੀ ਪਾਰਟੀਆਂ ਸਾਰੀਆਂ ਚੁੱਪ ਆ, 1.5 ਸਾਲ ਤੱਕ ਕਿਸੇ ਕੋਲ ਕੋਈ ਸਵਾਲ ਨਹੀਂ ਇਸ ਤਰ੍ਹਾਂ ਦਾ ਰਹਿਣਾ ਕਿ ਕੋਈ ਵਿਰੋਧ ਕਰ ਸਕੇ। ਇਹਦਾ ਜਵਾਬ ਤੁਸੀਂ ਦੇ ਦਿਓ, ਮੈਂ ਤੇ ਇਹ ਸਵਾਲ ਮੇਰਾ ਤੇ ਮੈਂ ਤੁਹਾਡੇ ਤੋਂ ਪੁੱਛਦਾ, ਜਵਾਬ ਦਿਓ ਲੋ। ਯੰਗ ਮੁੰਡੇ ਤੁਸੀਂ ਪੰਜਾਬੀ ਹੋ, ਇਹ ਮੇਰਾ ਸਵਾਲ ਹੈ ਤੇ ਤੁਸੀਂ ਜਵਾਬ ਦਿਓ ਵੀ ਕੀ ਹਾਲਾਤ ਮੈਂ ਨੇ। ਤੁਹਾਡੇ ਕੋਲ ਜਾਣਨਾ ਚਾਹੁੰਦਾ 1.5 ਸਾਲ ਬਾਅਦ ਇਹ ਹੋ ਸਕਦਾ, 1.5 ਸਾਲ ਬਾਅਦ ਹੋ ਸਕਦਾ ਕਿ ਇਸ ਤਰ੍ਹਾਂ ਹੋਊਗਾ, ਕਿੱਦਾਂ ਦੇਖਦੇ ਹੋ ਪੰਜਾਬ ਨੂੰ ਤੁਸੀਂ? ਹਾਂਜੀ ਦੱਸੋ, ਇਸ ਸਵਾਲ ਦਾ ਜਵਾਬ ਦਿਓ, ਹੋ ਜਾਊਗਾ 1.5 ਸਾਲ। ਮੈਂ ਤਾਂ ਦੇਖਦਾ ਜੀ ਵੀ ਸਮੇਂ ਦੀ ਬੁੱਕਲ ਦੇ ਵਿੱਚ ਹੀ ਚੀਜ਼ਾਂ ਹੈ, ਜਦੋਂ ਕਿਸੇ ਕੋਲ ਸੱਤਾ ਹੈ ਤਾਂ ਉਹਦਾ ਹੁਣ ਸਮੇਂ ਦੇ ਹਿਸਾਬ ਨਾਲ ਹੀ ਪਤਾ ਲੱਗ ਸਕੇ ਨਾ। 10 ਮਹੀਨਿਆਂ ਦੇ ਵਿੱਚ ਇਹਨਾਂ ਨੇ ਕੀਤਾ ਉਹ ਪ੍ਰਾਪਤੀ ਦੱਸੋ ਇੱਕ ਅੱਧੀ ਇਹਨਾਂ ਦੀ। 10 ਮਹੀਨੇ ਵਿੱਚ ਉਹ ਤਾਂ ਕਹਿੰਦੇ ਕਿ ਅਸੀਂ ਜ਼ੀਰੋ ਬਿੱਲ ਦੱਸੋ ਨਾ ਯਾਰ, ਤੁਸੀਂ ਦੱਸੋ ਨਾ, ਬੱਚਾ ਛੋਟਾ ਭਾਈ ਸਾਡਾ, ਤੂੰ ਦੱਸ ਵੀ 10 ਮਹੀਨੇ ਦੇ ਵਿੱਚ ਕੀ ਕੀਤਾ ਉਹਨਾਂ ਤੁਸੀਂ ਦੱਸੋ। ਦੇਖੋ ਮੈਨੂੰ ਤਾਂ ਕੋਈ ਖਾਸ ਇੰਨਾ ਜ਼ਿਆਦਾ ਨਜ਼ਰ ਨਹੀਂ, ਲੱਗਦੇ ਵੀ ਫਲਾਣਾ ਕੰਮ ਚੰਗਾ ਕੀਤਾ ਮੈਨੂੰ ਦੇਖੋ ਧਰਾਤਲ ਤੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ। ਜਵਾਬ ਇਹੀ ਜਵਾਬ ਆਪਣਾ। ਸੋ ਬਿਲਕੁਲ ਸੇਖੋ ਸਾਹਿਬ ਨੇ ਜਿਹੜੀ ਗੱਲਾਂ ਬਾਤਾਂ ਕੀਤੀਆਂ, ਵਿਚਾਰਾਂ ਕੀਤੀਆਂ। ਸੋ ਸਾਡੇ ਨਾਲ ਰਣਜੀਤ ਸਿੰਘ ਜੀ ਵੀ ਹੈਗੇ। ਰਣਜੀਤ ਸਿੰਘ ਜੀ ਕਿੱਦਾਂ ਦੇਖਦੇ ਹੋ? ਹੁਣ ਸੇਖੋ ਸਾਹਿਬ ਨੇ ਤਾਂ ਗੱਲ ਦੱਸੀ, ਹਾਲਾਂਕਿ ਕਹਿੰਦੇ ਕਿ ਅਸੀਂ ਜਿਹੜੇ ਇੱਥੇ ਦੇ ਮੁੱਦਿਆਂ ਤੋਂ ਵਾਕਿਫ ਨਹੀਂ ਹੈਗੇ ਜੀ, ਤਾਂ ਤੁਸੀਂ ਦੱਸੋ ਕੀ ਸਮਝਦੇ ਹੋ ਇਹਦੇ ਬਾਰੇ? ਨਹੀਂ, ਮੈਂ ਜਿਹੜੀ ਇੱਥੇ ਬੈਠੀ ਆ ਕਮੇਟੀ, ਰਜਿੰਦਰ ਸਿੰਘ ਜੀ ਘਨੌਲਾ ਬੈਠੇ ਨੇ, ਇਲਾਕੇ ਦੇ ਹੋਰ ਵੀ ਲੋਕ ਨੇ, ਕਿਉਂਕਿ ਮੇਰਾ ਵੀ ਪਿੰਡ ਇੱਥੋਂ 2 ਕਿਲੋਮੀਟਰ ਦੂਰ ਆ, ਧੂੜ ਸਾਡੇ ਪਿੰਡ ਵੀ ਜਾਂਦੀ ਆ, ਜੇ ਸਿੱਧੇ ਰੂਪ 'ਚ ਨਹੀਂ ਜਾਂਦੀ ਤਾਂ ਹਵਾ ਦੇ ਵਿੱਚ ਸਾਡੇ ਸਾਹਾਂ 'ਚ ਤਾਂ ਜਾਂਦੀ ਆ। ਪਰ ਮੈਂ ਇੱਥੋਂ ਦੀ ਕਮੇਟੀ ਜਿਹੜੇ ਹੈਗੇ ਮਾਣਯੋਗ ਬੰਦੇ, ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ 2 ਮੁੱਦਿਆਂ ਨੂੰ ਮਿਲਗੋਭਾ ਨਾ ਕਰਿਆ ਜਾਵੇ। ਦੇਖੋ, ਇੱਕ ਪਾਸੇ ਆਪਾਂ ਕਹਿ ਰਹੇ ਆ ਕਿ ਪੋਲਿਊਸ਼ਨ ਦੇ ਨਾਲ ਕੈਂਸਰ ਫੈਲ ਰਿਹਾ ਹੈ, ਸਾਨੂੰ ਇੱਥੇ ਰਹਿਣਾ ਔਖਾ ਹੋ ਰਿਹਾ ਹੈ, ਜ਼ਿੰਦਗੀ ਤੋਂ ਬੜੀ ਕੋਈ ਚੀਜ਼ ਨਹੀਂ। ਤੇ ਦੂਸਰੇ ਪਾਸੇ ਆਪਾਂ ਇਹ ਗੱਲ ਵੀ ਕਹਿ ਰਹੇ ਆ ਕਿ ਸਾਨੂੰ ਇੱਥੇ ਰੁਜ਼ਗਾਰ ਮਿਲਣਾ ਚਾਹੀਦਾ ਹੈ, ਸਾਡੀਆਂ ਗੱਡੀਆਂ ਪੈਣੀਆਂ ਚਾਹੀਦੀਆਂ ਹੈ, ਇਹ ਵੀ ਜਾਇਜ਼ ਮੰਗ ਆ, ਕਿਉਂਕਿ ਜਿਸ ਇਲਾਕੇ ਦੇ ਵਿੱਚ ਫੈਕਟਰੀ ਲੱਗਦੀ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਹੱਕ ਹੁੰਦਾ ਹੈ। ਪਰ ਇੱਥੇ ਨਾ 2 ਗੱਲਾਂ ਆਪ ਵਿਰੋਧੀ ਹੋ ਜਾਂਦੀਆਂ। ਹੁਣ ਮੈਂ ਇਹ ਗੱਲ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਂਦਾ ਹੈ ਕਿ ਮੰਨ ਲਓ ਕਿਸੇ ਮਹੱਲੇ ਦੇ ਵਿੱਚ ਕੋਈ ਬਦ ਚੱਲਣ ਔਰਤ ਆ ਜਾਂਦੀ ਆ, ਮਹੱਲਾ ਇਕੱਠਾ ਹੋ ਕੇ ਕਹਿੰਦਾ ਵੀ ਇਹ ਸਾਡਾ ਸਮਾਜਿਕ ਜਿਹੜਾ ਸਿਸਟਮ ਆ ਉਹ ਅਲਾਉ ਨਹੀਂ ਕਰਦਾ ਇਸ ਗੱਲ ਨੂੰ, ਅਸੀਂ ਇਸ ਔਰਤ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ। ਇਹ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਕਿ ਸਾਰੇ ਲੋਕ ਕਹਿੰਦੇ ਆ ਕਿ ਸਾਡੇ ਮਹੱਲੇ ਦੇ ਵਿੱਚ ਬਦ ਚੱਲਣ ਔਰਤ ਨਹੀਂ ਰਹਿਣੀ ਚਾਹੀਦੀ, ਇਹ ਪਰਿਵਾਰਾਂ ਤੇ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਦੂਈ ਲਫ਼ਜ਼ਾਂ ਦੇ ਵਿੱਚ ਉਹੀ ਮਹੱਲੇ ਵਾਲੇ ਕਹਿਣ ਵੀ ਇਸ ਔਰਤ ਦੇ ਕੋਲ ਬਾਹਰਲੇ ਬੰਦੇ ਆਉਂਦੇ ਆ, ਸਾਡੇ ਬੰਦਿਆਂ ਨੂੰ ਨੇੜੇ ਨਹੀਂ ਲੱਗਣ ਦਿੰਦੀ ਹੈਗੀ। ਮਤਲਬ ਜੇ ਤੁਹਾਡੇ ਮਹੱਲੇ ਦੇ ਬੰਦਿਆਂ ਦੇ ਨਾਲ ਉਹ ਹਮਬਿਸਤਰ ਹੋਣੇ ਨੂੰ ਤਿਆਰ ਆ, ਫਿਰ ਉਹਦਾ ਬਦ ਚੱਲਣ ਪੈਣਾ ਗਲਤ ਆ, ਠੀਕ ਆ। ਮੈਂ ਇਹ ਗੱਲ ਇਹਨਾਂ ਨੂੰ ਬੇਨਤੀ ਕਰਦਾ। ਤੁਹਾਡਾ ਮਤਲਬ ਜਵਾਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਫੈਕਟਰੀ ਦੇ ਵਿੱਚ ਕੰਮ ਕਰੀਏ ਪਰ ਕੰਮ ਕਰਦੇ ਮਰ ਜਾਈਏ, ਇਹ ਵੀ ਨਹੀਂ ਚਾਹੀਦਾ ਤੁਹਾਨੂੰ? ਬਿਲਕੁਲ। ਤੁਸੀਂ ਪਹਿਲਾਂ ਗੱਲ ਇਹ ਰੱਖੋ ਕਿ ਜਿਹੜਾ ਪੋਲਿਊਸ਼ਨ ਆ ਉਹਨੂੰ ਜੋ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਹੈ ਉਹਨਾਂ ਦੇ ਮੁਤਾਬਕ ਸਾਨੂੰ ਇਲਾਕੇ ਨੂੰ ਦਿਖਾਓ ਵੀ ਤੁਹਾਡਾ ਉਹਦੇ ਮੁਤਾਬਕ ਹੈ। ਉਦੋਂ ਅਗਲੀ ਗੱਲ ਫਿਰ ਸ਼ੁਰੂ ਹੁੰਦੀ ਆ ਕਿ ਹੁਣ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਇਹਦੇ ਨਾਲ ਹਾਲਾਂਕਿ ਇਹਨਾਂ ਦੀ ਭਾਵਨਾ 'ਚ ਕੋਈ ਕਮੀ ਨਹੀਂ ਕਿਸੇ ਦੇ ਵਿੱਚ, ਲੇਕਿਨ ਬਹਾਨਾ ਮਿਲ ਜਾਂਦਾ ਸਰਕਾਰਾਂ ਨੂੰ, ਫੈਕਟਰੀ ਨੂੰ, ਪ੍ਰਸ਼ਾਸਨ ਨੂੰ ਕਿ ਜੀ ਇਹ ਤਾਂ ਆਪਣੀਆਂ ਗੱਡੀਆਂ ਪਾਉਣ ਪਿੱਛੇ ਬੈਠੇ ਆ। ਮੈਂ ਇਹ ਕਹਿੰਦਾ ਕਿ ਇਹਨਾਂ ਦਾ ਜਿਹੜਾ ਸੋਨੇ ਵਰਗਾ ਮੁੱਦਾ ਹੈ ਉਹ ਰੁਲਦਾ ਹੈ, ਕਿਉਂਕਿ ਜਿਹੜਾ ਪੋਲਿਊਸ਼ਨ ਆ ਦਾ ਮੁੱਦਾ ਹੈ ਉਹ ਯੂਨੀਵਰਸਲ ਆ, ਉਹਦੇ ਨਾਲ ਤੁਹਾਡੇ ਹਰ ਕੋਈ ਖੜੇਗਾ। ਜਿਹੜਾ ਤੁਹਾਡਾ ਰੁਜ਼ਗਾਰ ਦਾ ਮੁੱਦਾ ਹੈ ਉਹ ਤੁਹਾਡਾ ਸਥਾਨਕ ਆ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਦੋਨਾਂ ਮੁੱਦਿਆਂ ਨੂੰ ਮਿਲਗੋਭਾ ਨਾ ਕਰੋ। ਜੇ ਤੁਸੀਂ ਇਕੱਲਾ ਪੋਲਿਊਸ਼ਨ ਦਾ ਮੁੱਦਾ ਲੈ ਕੇ ਚੱਲਦੇ ਆ, ਫਿਰ ਸਾਰੀ ਦੁਨੀਆ ਜਿਵੇਂ ਜੀਰੇ ਫੈਕਟਰੀ ਜਾ ਰਹੀ ਆ, ਸਾਰੇ ਤੁਹਾਡੇ ਨਾਲ ਆ।
ਸਪਸ਼ਟਤਾ ਜ਼ਰੂਰੀ ਆ। ਸਪਸ਼ਟਤਾ ਜ਼ਰੂਰੀ ਆ। ਪਹਿਲਾਂ ਤੁਸੀਂ, ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਪੋਲਿਊਸ਼ਨ ਦਾ ਮੁੱਦਾ ਹੀ ਲੈ ਕੇ ਆਓ, ਤਾਂ ਕਿ ਪੋਲਿਊਸ਼ਨ ਕੰਟਰੋਲ ਬੋਰਡ ਬਾਰੇ ਤੁਹਾਨੂੰ ਪੈਰਾਮੀਟਰ ਦਿਖਾ ਦੇਣ ਵੀ ਇਹ ਲਓ ਜੀ, ਜੋ ਸਰਕਾਰ ਚਾਹੁੰਦੀ ਹੈ, ਜੋ ਸਾਡਾ ਪੈਰਾਮੀਟਰ ਆ ਉਹਦੇ ਮੁਤਾਬਕ ਫੈਕਟਰੀ ਹੁਣ ਸਹੀ ਆ। ਇਹਦੇ ਨਾਲ ਕਿਸੇ ਵੀ ਸਥਾਨਕ ਲੋਕਾਂ ਨੂੰ, ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋਏਗਾ। ਜਦੋਂ ਉਹ ਤੁਹਾਡਾ ਕਲੀਅਰ ਹੋਏਗਾ ਤਾਂ ਅਗਲੀ ਗੱਲ ਛੇੜੋ ਕਿ ਹੁਣ ਸਾਡੀਆਂ ਗੱਡੀਆਂ ਪੈਣੀਆਂ ਚਾਹੀਦੀਆਂ, ਸਾਡੇ ਬੰਦੇ ਰੱਖ ਹੋਣੇ ਚਾਹੀਦੇ ਆ। ਮੇਰੀ ਤਾਂ ਇਹੀ ਬੇਨਤੀ ਆ, ਕਿਉਂਕਿ ਇਹਨਾਂ ਦੀ ਭਾਵਨਾ ਸਾਰਿਆਂ ਦੀ ਚੰਗੀ ਆ, ਪਰ ਤੀਬਰਤਾ ਨਾ ਹੋਣੇ ਕਰਕੇ ਉਹਨਾਂ ਲੋਕਾਂ ਨੂੰ ਬਹਾਨਾ ਮਿਲ ਜਾਂਦਾ, ਵਿਚਲਾ ਰਸਤਾ ਮਿਲਦਾ ਹੈ ਆਪਣਾ ਖੇੜਾ ਛਡਾਉਣੇ ਵਾਸਤੇ। ਸੋ ਸਪਸ਼ਟਤਾ ਵਿੱਚ ਹੀ ਬਲ ਹੁੰਦਾ, ਸਪਸ਼ਟਤਾ ਹੋਵੇ ਤਾਂ ਲੋਕ ਜੁੜਦੇ ਆ। ਸੋ ਮੁੱਦਾ ਹੈ। ਰਜਿੰਦਰ ਸਿੰਘ ਜੀ, ਤੁਸੀਂ ਕਿੰਨੇ ਕੁ ਇਸ ਚੀਜ਼ ਨਾਲ ਸਹਿਮਤ ਹੋ? ਕਿਉਂਕਿ ਵਿਧਾਇਕ ਸਾਹਿਬ ਕਹਿੰਦੇ ਆ ਕਿ ਜਦੋਂ ਕੀਤਾ ਇਹਨਾਂ ਦਾ ਐਗਰੀਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਮੁੱਦੇ ਤਾਂ ਰੁਜ਼ਗਾਰ ਦੇ ਉੱਤੇ, ਆਪਣੀ ਗੱਡੀਆਂ ਪਵਾਉਣ ਦੇ ਉੱਤੇ ਖਤਮ ਹੋ ਜਾਂਦੇ, ਧਰਨਾ ਫਿਰ ਵੀ ਨਾ ਚੱਕਣ ਦੀ ਗੱਲ ਕੀਤੀ ਜਾਂਦੀ ਹੈ, ਇੱਕ ਜਿੱਦ ਹੋ ਜਾਂਦੀ ਹੈ ਜੀ। ਤੇ ਕੀ ਰੁਜ਼ਗਾਰ ਮਿਲ ਜਾਂਦਾ, ਤੁਹਾਡੀ ਗੱਡੀਆਂ ਪੈ ਜਾਂਦੀਆਂ ਤਾਂ ਪੋਲਿਊਸ਼ਨ ਦਾ ਮੁੱਦਾ ਹੱਲ ਹੋ ਜਾਊਗਾ ਜੀ? ਦੇਖੋ ਜੀ, ਸਭ ਤੋਂ ਪਹਿਲੀ ਗੱਲੇ ਸਾਡੀ ਇਹ ਆ ਵੀ ਜਿਹੜੀ 에ਅਰ ਕੁਆਲਿਟੀ ਦੀ ਮੋਨੀਟਰਿੰਗ ਕਮੇਟੀ ਵਿੱਚ ਸਾਡੇ ਜਿਹੜੇ ਸੰਘਰਸ਼ ਕਰਤਾ ਬੰਦੇ ਉਹ ਮੈਂਬਰ ਹੋਣੇ ਚਾਹੀਦੇ। ਹੁਣ ਹੀ ਸਥਾਈ ਤੌਰ ਤੇ ਕਮੇਟੀ ਪਹਿਲਾਂ ਬਣਨੀ ਚਾਹੀਦੀ ਆ। ਉਹ ਜਿਹੜੀ ਕਮੇਟੀ ਆ ਉਹ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਜਾ ਕੇ ਅੰਦਰ ਮੁਆਇਨਾ ਕਰ ਸਕੇ ਔਰ ਜਿਹੜੇ ਇਹਨਾਂ ਦੇ ਗਲਤ ਕੰਮ ਆ ਉਹਨਾਂ ਦੇ ਬਾਰੇ ਵਿੱਚ ਉਹ ਬੋਲ ਸਕੇ। ਪਹਿਲਾ ਕਦਮ ਇਹ ਹੋਣਾ ਚਾਹੀਦਾ। ਪਹਿਲਾ ਕਦਮ ਸਾਡਾ ਇਹ ਆ। ਔਰ ਦੂਜਾ ਇਹ ਆ ਵੀ ਜਿਹੜੇ ਵੀ ਐਗਰੀਮੈਂਟ ਹੋਣੇ ਆ ਉਹਨਾਂ ਨੂੰ ਪਹਿਲਾਂ ਇੰਪਲੀਮੈਂਟ ਕੀਤਾ ਜਾਏ। 28 ਟਨ ਗੱਡੀਆਂ ਪਾਸ, 33 ਟਨ ਗੱਡੀਆਂ ਪਾਸ, 95 ਟਨ ਮਾਲ ਲੈ ਕੇ ਆ ਰਹੀਆਂ। ਤੇ ਸਾਡਾ ਜਿਹੜਾ ਚਿੱਟੇ ਕਾਗਜ਼ ਉੱਤੇ ਸਮਝੌਤਾ ਹੋ ਰਿਹਾ ਉਹਨੂੰ ਐਸਡੀਐਮ ਸਾਹਿਬ, ਪ੍ਰਸ਼ਾਸਨ, ਪੋਲੀਟੀਕਲ ਬੰਦੇ ਇਹ ਕਹਿ ਰਹੇ ਆ ਜੀ ਅਸੀਂ ਲਾਗੂ ਕਰਾਵਾਂਗੇ। ਜਿਹੜਾ ਮੋਟਰ ਵਹੀਕਲ ਐਕਟ ਕਾਨੂੰਨ ਬਣਿਆ ਹੋਇਆ, ਇਹ ਸਾਡਾ ਕਾਗਜ਼ ਕਾਨੂੰਨ ਨਹੀਂ ਚਿੱਟਾ, ਜਿਹੜਾ ਕਾਨੂੰਨ ਬਣਿਆ ਹੋਇਆ ਉਸ ਨੂੰ ਤਾਂ ਇਹ ਫੇਲ ਹੋ ਗਈ ਸਰਕਾਰ ਲਾਗੂ ਕਰਨੇ 'ਚ। ਦੂਜੇ ਨੰਬਰ ਦੇ ਉੱਤੇ ਬੋਰਾ ਪੰਪ ਦੇ ਉੱਤੇ ਜ਼ਮੀਨ ਦੇ ਵਿੱਚ ਪਾਣੀ ਪਾਇਆ ਜਾ ਰਿਹਾ, ਗੰਦਾ ਪਾਣੀ, ਸਰਵਿਸ ਸਟੇਸ਼ਨ ਦਾ ਕੈਮੀਕਲ ਵਾਲਾ ਪਾਣੀ ਜ਼ਮੀਨ ਦੇ ਵਿੱਚ ਬੋਰ ਕਰਕੇ ਪਾ ਰਿਹਾ, ਜਿਹੜੇ ਕਿ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ। ਉਹਦੀ ਜਿਹੜੀ ਕੰਪਲੇਂਟ ਕੀਤੀ ਸੀ, ਉਹ ਕੰਪਲੇਂਟ ਦੇ ਬਾਵਜੂਦ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਆ। ਸਾਨੂੰ ਇਹ ਪ੍ਰਸ਼ਾਸਨ ਤਾਂ ਦੱਸਾ ਉਹ ਕਾਨੂੰਨ ਆ, ਕਾਨੂੰਨ ਦੇ ਮੁਤਾਬਕ ਉਹਨੇ ਕਿਆ ਕਾਰਵਾਈ ਕਰੀ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਹ ਜਿਉਂ ਦਾ ਤਿਉਂ ਹੁਣ ਵੀ ਪਾਣੀ ਪੈ ਰਿਹਾ, ਅਜੇ ਵੀ ਪੈ ਰਿਹਾ ਹੈ। ਜਦੋਂ ਬਣੇ ਹੋਏ ਕਾਨੂੰਨਾਂ ਦੇ ਉੱਤੇ ਪੋਲਿਊਸ਼ਨ ਕੰਟਰੋਲ ਬੋਰਡ ਦਾ ਕਾਨੂੰਨ ਬਣਿਆ ਹੋਇਆ ਵੀ ਐਸ਼ ਡਰਾਇਰ ਪਲਾਂਟ ਆ ਇੰਨੇ ਮੀਟਰ ਅੰਦਰ ਨਹੀਂ ਲੱਗ ਸਕਦਾ, ਜਦੋਂ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ, ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਕਹਿ ਰਿਹਾ ਹੈ ਕਿ ਇਹ ਐਸ਼ ਡਰਾਇਰ ਪਲਾਂਟ ਬਿਲਕੁਲ ਵੀ ਪੋਲਿਊਸ਼ਨ ਨਹੀਂ ਫੈਲਾਉਂਦਾ, ਨੋ ਇਨਕਰੀਜ਼ ਹੁੰਦਾ ਇਹਦੇ ਨਾਲ ਲੱਗਣੇ ਦੇ ਨਾਲ। ਔਰ ਜਦੋਂ ਇਹਦਾ 16 ਤਰੀਕ ਨੂੰ ਕੋਰਟ ਦੇ ਵਿੱਚ ਪਿਛਲੇ ਐਸੀ ਦੀ 16 ਤਰੀਕ ਦੀ ਗੱਲ ਆ, ਤਰੀਕ ਦੀ ਗੱਲ ਆ, ਇਸੇ ਮਹੀਨੇ ਦੀ 16 ਤਰੀਕ ਦੀ ਗੱਲ ਆ, ਕੋਰਟ ਵਿੱਚ ਯੂਨਿਟ ਦਾ ਹੈੱਡ ਕਹਿ ਕੇ ਆਇਆ ਕਿ 50 ਟਨ ਇੱਕ ਦਿਨ ਦਾ ਕੋਲਾ ਖਾਂਦਾ ਇਹ ਐਸ਼ ਡਰਾਇਰ ਪਲਾਂਟ। ਜਦੋਂ ਇੱਕ 50 ਟਨ ਕੋਲਾ ਖਾਣੇ ਵਾਲਾ ਐਸ਼ ਡਰਾਇਰ ਪਲਾਂਟ ਆ, ਉਹਨੂੰ ਐਨਓਸੀ ਦੀ ਲੋੜ ਨਹੀਂ। ਇੱਕ ਲੀਟਰ ਤੇਲ ਖਾਣੇ ਵਾਲਾ ਮੋਟਰਸਾਈਕਲ ਆ, ਉਹਨੂੰ ਯੂਰੋ 6 ਤੱਕ ਦੇ ਸਟੈਂਡਰਡ ਪਾਸ ਕਰਨੇ ਪੈਂਦੇ ਆ ਔਰ ਉਹਦੇ ਕੋਲ ਹਰ ਕਿਸਮ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਮੁੱਕਦੀ ਗੱਲ ਕਿ ਤੁਹਾਡਾ ਪਹਿਲਾ ਮੁੱਦਾ ਪੋਲਿਊਸ਼ਨ ਆ, ਉਸ ਤੋਂ ਬਾਅਦ ਕੋਈ ਹੋਰ ਬਾਕੀ ਦੀ ਗੱਲ ਆ, ਮੁੱਦਾ ਬਾਅਦ ਆ। ਪਹਿਲੀ ਗੱਲ ਤਾਂ ਸਾਡੀ ਇਹੀ ਮੰਗ ਆ ਸਰਕਾਰ ਜੀ ਵੀ ਤੁਸੀਂ ਜਿਹੜੇ ਕਾਨੂੰਨ ਖੁਦ ਬਣਾਏ ਉਹੀ ਲਾਗੂ ਕਰ ਲਓ। ਜਿਹੜੇ ਸਾਨੂੰ ਚਿੱਟੇ ਕਾਗਜ਼ ਦੇ ਰਹੇ ਆ ਬਿਨਾਂ ਐਫੀਡੈਵਿਟ ਦੇ, ਅਸੀਂ ਕਹਿ ਰਹੇ ਜੀ ਜਿਹੜੀ ਇਹ ਫੈਕਟਰੀ ਆ ਸਾਨੂੰ ਐਫੀਡੈਵਿਟ ਦੇਵੇ ਵੀ ਅਸੀਂ ਇਹ ਜਿਹੜਾ ਇਹ ਚੀਜ਼ਾਂ ਜਿਹੜੇ ਸਾਡੀ ਸ਼ਰਤਾਂ ਇਹ ਮੰਨਣ ਲਈ ਤਿਆਰ ਆ। ਪਰੰਤੂ ਉਹ ਕਹਿੰਦੇ ਇਹਦੇ ਉੱਤੇ ਨਹੀਂ ਹੋਏਗਾ, ਸਿਰਫ ਚਿੱਟੇ ਕਾਗਜ਼ ਤੇ ਹੋਏਗਾ, ਅਸੀਂ ਬੈਠੇ ਆ। ਪਰ ਜਦੋਂ ਅਸੀਂ ਕਹਿੰਦੇ ਵੀ ਜੇ ਤੁਸੀਂ ਬੈਠੇ ਆ ਤਾਂ 95 ਟਨ ਵਾਲਾ ਮਸਲਾ ਹੁਣ ਤਾਈਂ ਹੱਲ ਕਿਉਂ ਨਹੀਂ ਹੋ ਰਿਹਾ? ਧਰਤੀ 'ਚ ਪਾਣੀ ਪੈ ਰਿਹਾ ਜ਼ਮੀਨ ਦੇ ਵਿੱਚ ਗੰਦਾ, ਉਹ ਕਿਉਂ ਨਹੀਂ ਹੱਲ ਹੋਇਆ ਹੁਣ ਤਾਈਂ ਜੇ ਤੁਸੀਂ ਬੈਠੇ ਆ? ਅਸੀਂ ਕਿਹਾ ਵੀ ਇਹ ਕਾਗਜ਼ਾਂ ਦੀ ਵੈਲਿਊ ਹੋਣੀ ਚਾਹੀਦੀ ਆ, ਕਿਸੇ ਦੀ ਫੇਸ ਵੈਲਿਊ ਨਹੀਂ ਹੋਣੀ ਚਾਹੀਦੀ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਵੀ ਬਦਲਣੀਆਂ, ਮੰਤਰੀ ਬਦਲਣੇ, ਅਫਸਰ ਵੀ ਬਦਲਣੇ, ਐਮਐਲਏ ਵੀ ਬਦਲਣੇ, ਸਭ ਕੁਝ ਬਦਲਣਾ। ਕਾਗਜ਼ ਸਟਰੋਂਗ ਹੋਣੇ ਚਾਹੀਦੇ ਆ। ਧਰਨੇ ਨੂੰ ਮਜ਼ਬੂਤ ਕਰਨ ਲਈ ਅਗਲੇ ਕਦਮ ਕੀ ਰਹਿਣਗੇ ਤੁਹਾਡੇ ਜੇ ਹੱਲ ਹੁਣ ਹੋ ਨਹੀਂ ਰਹੇ? ਕਿਉਂਕਿ ਪੌੜੀ ਦਰ ਪੌੜੀ ਚੜ੍ਹਨਾ ਹੀ ਪੈਂਦਾ ਹੈ, ਸਟਰੈਂਥ ਵਧਾਉਣੀ ਪੈਂਦੀ, ਤਾਕਤ ਵਧਾਉਣੀ ਪੈਂਦੀ ਹੈ, ਤਾਂ ਹੀ ਮਸਲੇ ਹੱਲ ਹੁੰਦੇ। ਜੇ ਇੱਕੇ ਮਜ਼ਬੂਤੀ ਦੇ ਨਾਲ ਫੜ ਕੇ ਰੱਖੀਏ ਕਿਸੇ ਚੀਜ਼ ਨੂੰ ਤਾਂ ਫਿਰ ਉਹ ਅਸਰ ਨਹੀਂ ਪਿਆ ਕਰਦਾ। ਜਿਵੇਂ ਅਸੀਂ ਇਲੈਕਸ਼ਨਾਂ ਦੇ ਟਾਈਮ 'ਚ ਪਿੰਡ ਗਏ ਸੀ, ਉਵੇਂ ਹੀ ਪਿੰਡ ਧਰਨਾ ਮਜ਼ਬੂਤ ਕਰਨ ਲਈ ਨਵੇਂ ਸਿਰੇ ਤੇ ਅਸੀਂ ਮੁਹਿੰਮ ਵਿੱਢਾਂਗੇ ਵੀ ਭਾਈ ਇਹ ਇਲਾਕੇ ਦੀ ਸਮੱਸਿਆ ਏ। ਅਸੀਂ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਹੀ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰਾਂ ਬਣਾਈਆਂ ਏ, ਪਰੰਤੂ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਫੋਕਸ ਰੱਖਣਾ ਏ। ਸਿਰਫ ਸਰਕਾਰਾਂ ਬਣਾਉਣ ਦਾ ਮਤਲਬ ਇਹ ਸੀ ਕਿ ਅਸੀਂ ਆਪਣੀ ਸਮੱਸਿਆਵਾਂ ਨੂੰ ਹੱਲ ਕਰਨਾ ਹੈ, ਪਰੰਤੂ ਹੁਣ ਬਹੁਤ ਹੀ ਕੋਝੇ ਤਰੀਕੇ ਦੇ ਨਾਲ ਕਦੀ ਝੂਠੇ ਕੇਸ ਪਾਉਣੇ, ਕਦੀ ਮੈਨੂੰ ਇਸ ਤਰ੍ਹਾਂ ਬਦਨਾਮ ਕਰਨਾ ਵੀ ਮੇਰੇ ਨੋਟਿਸ ਵਿੱਚ ਤਾਂ ਇਹ ਆਇਆ ਇੱਕ ਪ੍ਰੈਸ ਰਿਪੋਰਟਰ
ਜਿਹੜਾ ਕਿ ਦੂਜੇ ਮੀਡੀਆ ਵਾਲੇ ਬੰਦੇ ਨਾਲ ਗੱਲ ਕੀਤੀ ਕਿ ਜੇ 500 ਰੁਪਈਆ ਵੀ ਕਹਿੰਦੇ ਤਾਂ ਜਾਂਦਾ 1000 ਰੁਪਈਆ, ਜੇ 500 ਰੁਪਈਆ ਵੀ ਇੱਕ ਦਿਨ ਦਾ ਇੱਕ ਗੱਡੀ ਦੇ ਦਿੰਦਾ ਤਾਂ 200 ਗੱਡੀ ਹਰ ਰੋਜ਼ ਦੀ ਜੇ ਕੱਢਦੀ ਆ ਤਾਂ 1 ਲੱਖ ਰੁਪਈਆ ਰਜਿੰਦਰ ਸਿੰਘ ਦੇ ਕੋਲ ਹਰ ਰੋਜ਼ ਆਉਂਦਾ ਏ। ਤੇ ਇਲਾਕੇ ਦੇ ਜਿਹੜੇ ਸਰਪੰਚ ਆ ਜਿਹੜੇ 40 ਬੋਰੀਆਂ ਦੇ ਪਿੱਛੇ ਜਿਨ੍ਹਾਂ ਨੇ ਆਪਣਾ ਸਰਪੰਚ ਅੰਬੂਜਾ ਸੀਮਿੰਟ ਫੈਕਟਰੀ ਦੀਆਂ ਬਨੈਨਾਂ ਪਾਈਆਂ, ਉਹ ਲਿਖ ਕੇ ਉਹ ਬੰਦੇ ਮੀਟਿੰਗਾਂ ਕਰਦੇ ਫਿਰਦੇ ਆ ਕਿ ਅਸੀਂ ਇਸ ਦੀ ਜਾਂਚ ਕਰਦੇ ਆ। ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਮੇਰੇ ਨਾਲ ਬੈਠਣ, ਮੈਂ ਜਾਂਚ ਦੇਵਾਂਗਾ। ਮੈਂ 1,75,000 ਰੁਪਏ ਦਾ ਮੇਰੇ ਪਾ FIR ਦਰਜ ਹੋਈ ਆ ਬੋਰਾ ਪੰਪ ਤੇ ਪੈਸੇ ਲੁੱਟਣ ਦੀ। ਉਹਦੇ ਬਾਅਦ ਵਿੱਚ 5.5 ਤੋਲੇ ਦਾ ਬ੍ਰੈਸਲੇਟ ਲੁੱਟਣ ਦੀ ਦਰਜ ਹੋਈ ਆ FIR। ਉਸ ਤੋਂ ਬਾਅਦ ਵਿੱਚ GPS ਘੜੀ ਜਿਹੜੀ ਹੈਗੀ ਆ ਲੱਗੀ ਹੋਈ ਆ ਐਪਲ ਦੀ ਬਾਚ, ਉਹਦੀ ਡਕੈਤੀ ਦੀ ਮੇਰੇ ਪਾ FIR ਦਰਜ ਹੋਈ ਆ। ਜੇ ਇਹਨਾਂ ਲੋਕਾਂ 'ਚ ਦਾਮ ਆ ਤਾਂ ਮੇਰੇ ਨਾਲ SSP ਅਫਸਰ ਬੈਠੇ, ਕਿਉਂਕਿ GPS ਘੜੀ ਆਪਣੀ ਲੋਕੇਸ਼ਨ ਦਿਖਾਉਂਦੀ ਆ। ਅਸੀਂ ਉਹਨਾਂ ਅਫਸਰਾਂ ਨੂੰ ਕਹਿ ਸਕੀਏ, ਉਹ ਮੇਰੇ ਲੈਟਰ ਨਹੀਂ ਲੈਂਦੇ। ਮੈਂ ਉਹਨਾਂ ਨੂੰ ਕਹਿ ਸਕਦਾ ਵੀ ਬੈਠੋ ਨਾਲ ਇਹਦੀ ਲੋਕੇਸ਼ਨ ਕੱਢੋ ਕਿੱਥੇ ਆ। ਜੇ ਪੈਸੇ ਨਹੀਂ ਬੋਲ ਸਕਦੇ GPS ਲੋਕੇਸ਼ਨ ਤਾਂ ਕੱਢ ਸਕਦੀ ਆ। ਤਾਂ ਬੈਠਾ ਮੇਰੇ ਨਾਲ, ਇਹਨੇ ਸਾਰਿਆਂ ਦੀ ਜਾਂਚ, ਇਹ ਅਖਬਾਰਾਂ 'ਚ ਕਹਿਣ ਦੀ ਗੱਲ ਨਹੀਂ ਆ, ਮੇਰੇ ਨਾਲ ਬੈਠਾ SSP ਆਫਿਸ ਆ ਕੇ, ਫਿਰ ਪਤਾ ਲੱਗੇਗਾ ਸੱਚਾਈ ਕੀ ਹੈ। ਸੋ ਬਿਲਕੁਲ ਮੁੱਦਿਆਂ ਦੀ ਗੱਲ ਤੋਂ ਹੀ ਸ਼ੁਰੂਆਤ ਕੀਤੀ ਸੀ, ਤੋਂ ਮੁੱਦੇ ਕਿਸ ਕਦਰ ਉਲਝੇ ਹੋਏ ਆ ਉਹ ਤੁਸੀਂ ਗੱਲਬਾਤ ਦੇ ਵਿੱਚ ਸੁਣ ਹੀ ਲਿਆ। ਪਰ ਇਹ ਮੁੱਦੇ ਸੁਲਝਣਗੇ ਕਿਵੇਂ? ਸੁਲਝਾਉਣ ਦਾ ਕਿਹਾ ਜਾਂਦਾ ਹੁੰਦਾ ਕਿ ਟੇਬਲ ਟਾਕ ਹੁੰਦੀ ਹੈ, ਜੋ ਸਾਹਮਣੇ ਬਹਿ ਕੇ ਗੱਲਬਾਤ ਕੀਤੀ ਜਾਂਦੀ ਹੁੰਦੀ ਹੈ, ਤਾਂ ਉਸ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦਾ ਹੱਲ ਨਿਕਲ ਜਾਇਆ ਕਰਦਾ। ਵੱਡੇ ਐਜੀਟੇਸ਼ਨ ਹੁੰਦੇ ਆ ਜੀ, ਧਰਨੇ ਲੱਗਦੇ ਆ, ਤਾਂ ਉਹਨਾਂ ਦੇ ਵਿੱਚ ਟੇਬਲ ਟਾਕ ਦੇ ਉੱਤੇ ਹੀ ਹੱਲ ਕੱਢਣ ਦੀਆਂ ਗੱਲਾਂ ਹੁੰਦੀਆਂ। ਭਾਵੇਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਗੱਲ ਕਰੀਏ ਤਾਂ ਵੀ ਟੇਬਲ ਟਾਕ ਤੇ ਗੱਲ ਮੁੱਕਦੀ ਆ ਕੇ। ਪਰ ਹੁਣ ਇਹ ਮੁੱਦਾ ਜੋ ਇੰਨਾ ਉਲਝਿਆ ਹੋਇਆ ਹੈ, ਇਸ ਦਾ ਹੱਲ ਕਿੱਥੇ ਹੈ? ਕਦੋਂ ਨਿਕਲਦਾ? ਕਦੋਂ ਇਹ ਟੇਬਲ ਟਾਕ ਹੁੰਦੀ ਹੈ? ਕਦੋਂ ਆਮਣੇ ਸਾਹਮਣੇ ਬੈਠਦੇ ਆ? ਕਦੋਂ ਇਹਨਾਂ ਮੰਗਾਂ ਦੇ ਉੱਤੇ ਕੰਮ ਹੁੰਦਾ? ਕਦੋਂ ਇਹ ਮੰਗਾਂ ਮੰਨੀਆਂ ਜਾਂਦੀਆਂ? ਕਦੋਂ ਦੋਨੇ ਧਿਰਾਂ ਸੰਤੁਸ਼ਟ ਹੁੰਦੀਆਂ? ਇਹ ਸਮਾਂ ਤੈਅ ਕਰੇਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਨੂੰਹ।